ਸਤਨਾਮ ਵਾਹਿਗੁਰੂ ਸਾਹਿਬ ਜੀ। ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛਤਾਵਹਿ। ਗੁਣ ਗੋਪਾਲ ਨ ਜਪਹਿ ਰਸਨਾ ਫਿਰ ਕਦਹੋਂ ਸੇ ਦੇਹ ਆਵਹਿ। ਤਰਵਰ ਵਿਸ਼ੁੰਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ। ਬਾਰਹ ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ। 30 ਬਰਸ ਕਛ ਦੇਵ ਨ ਪੂਜਾ ਫਿਰ ਪਛੁਤਾਨਾ ਬਿਰਧ ਪਇਓ। ਮੇਰੀ ਮੇਰੀ ਕਰਤੇ ਜਨਮ ਗਇਓ। ਸਾਇਰ ਸੁਖ ਪੁਜਹੰ ਬਲਿਓ। ਬੇਸੁਮਾਰ ਥਾਹਾ ਅਗਨਤ ਤੋਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਛਾਵਣ ਲੇਫ। ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੁ ਨ ਉਪਜੈ ਸੋ ਤਨ ਜਾਣ ਮਸਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ
ਨਿਰਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਰਹਿਮਤ ਨੂੰ ਮਾਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਜੋ ਸਿੱਖ ਦੇ ਜੀਵਨ ਨੂੰ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੀ ਵਿਚਾਰ ਨਾਲ ਜੁੜ ਕੇ ਅਧਿਆਤਮਿਕ ਜੀਵਨ ਦੀ ਸਿਖਰਤਾ ਨੂੰ ਕਮਾਉਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਾਰਗ ਬਖਸ਼ਿਸ਼ ਕੀਤਾ ਹੈ। ਉਸ ਦੇ ਅੰਤਰਗਤ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਬਨ ਜਾਂਦੇ ਨਾ ਡਰਾਂ, ਜੇ ਸਹ ਪ੍ਰੀਤ ਨ ਜਾਏ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਅੰਤਰਗਤ ਸਾਨੂੰ ਜੀਵਨ ਦੀ ਉਸ ਅਵਸਥਾ ਦਾ ਅਨੁਭਵ ਬਖਸ਼ਿਸ਼ ਕਰ ਰਹੇ ਹਨ ਜਦੋਂ ਸਾਡਾ ਆਰੰਭ ਹੋਇਆ ਜੀਵਨ ਇੱਕ ਇੱਕ ਸਵਾਸ ਕਰਕੇ, ਦਿਨ ਕਰਕੇ, ਸਮੇਂ ਦੇ ਚੱਕਰ ਵਿੱਚ ਘਟਦਾ ਜਾਂਦਾ ਹੈ ਅਤੇ ਉਸ ਘਟਣ ਦੀ ਮਨੁੱਖੀ ਮਨ ਦੇ ਉੱਪਰ ਚਿੰਤਾ ਵੀ ਬਣਦੀ ਹੈ। ਇੱਕ ਬੱਚੇ ਨੂੰ ਅਜੇ ਜੀਵਨ ਦਾ ਖਿਆਲ ਹੈ ਕਿ ਕੁਝ ਸਮਾਂ ਆਜੂ ਮਿਲੇਗੀ, ਕਈ ਸਾਲ ਉਮਰ ਮਿਲ ਸਕਦੀ ਹੈ। ਇਸ ਕਰਕੇ ਉਹਨੂੰ ਮੌਤ ਦਾ ਡਰ ਭੈ ਭੀਤ ਨਹੀਂ ਕਰਦਾ। ਇੱਕ ਨੌਜਵਾਨ ਦੇ ਜੀਵਨ ਦੇ ਵਿੱਚ ਬਣਿਆ ਹੋਇਆ ਜੋਸ਼, ਉਤਸ਼ਾਹ, ਜੀਵਨ ਦੀਆਂ ਉਮੰਗਾਂ, ਹਜ਼ਾਰਾਂ ਤਰ੍ਹਾਂ ਦੀਆਂ ਇੱਛਾਵਾਂ ਅਤੇ ਜੀਵਨ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਜਿਹੜੀ ਉਹਦੀ ਵਚਨਬੱਧਤਾ ਹੁੰਦੀ ਹੈ, ਉਹ ਵੀ ਉਹਨੂੰ ਜੀਵਨ ਦੇ ਵਿੱਚ ਦੁੱਖ ਜਾਂ ਮ੍ਰਿਤੂ ਦੇ ਦਰ ਦੇ ਨੇੜੇ ਨਹੀਂ ਹੋਣ ਦਿੰਦੀ। ਇੱਕ ਬਿਰਧ ਅਵਸਥਾ ਬਚਦੀ ਹੈ, ਉਹ ਵੀ ਤਾਂ ਕਰਕੇ ਕਿ ਮਨੁੱਖ ਜਾਣ ਲੈਂਦਾ ਹੈ ਕਿ ਸਰੀਰ ਦਾ ਸਾਰਾ ਬਲ ਨਾਸ ਹੋ ਗਿਆ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜੀਵਨ ਦਾ ਜਦ ਪੱਧਰ ਘਟਦਾ ਹੈ ਤਾਂ ਇੱਕ ਚਿੰਤਾ ਤਾਂ ਬਣਦੀ ਹੈ, ਇੱਕ ਮਨ ਦੇ ਉੱਪਰ ਫਿਕਰ ਤਾਂ ਬਣਦਾ ਹੈ ਕਿ ਇਹ ਜਿਹੜਾ ਜੀਵਨ ਹੈ ਆਖਰ ਕਿਸੇ ਨਾ ਕਿਸੇ ਦਿਨ ਸਿਮਟੇਗਾ। ਕਹਿੰਦੇ ਬਹੁਤ ਦੁਨੀਆ ਇਸ ਚਿੰਤਾ ਦੇ ਵਿੱਚ ਗ੍ਰਸਤ ਹੈ। ਬੜਿਆਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਦਿਨ ਬ ਦਿਨ ਆਜੂ ਘਟ ਰਹੀ ਹੈ, ਸਰੀਰ ਦਾ ਬਲ ਮੁੱਕ ਰਿਹਾ, ਇੰਦਰੀਆਂ ਦਾ ਤਾਣ ਖਤਮ ਹੋ ਰਿਹਾ ਹੈ ਅਤੇ ਜੀਵਨ ਜਿਹੜਾ ਹੈ ਸਮਾਪਤੀ ਵੱਲ ਵੱਧ ਰਿਹਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੁਦਰਤ ਦਾ ਅਟੱਲ ਨੇਮ ਹੈ, ਇਹ ਚੱਲੇਗਾ ਹੀ ਅਤੇ ਇਸ ਨੂੰ ਬਹੁਤ ਲੁਕਾਈ ਚਿੰਤਾ ਦੇ ਵਿੱਚ ਹੰਡਾਉਂਦੀ ਹੈ। ਪਰ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਸਾਡੇ ਲਈ ਇਹ ਚਿੰਤਾ ਬਹੁਤੀ ਮਾਇਨੇ ਨਹੀਂ ਰੱਖਦੀ ਜਾਂ ਅਸੀਂ ਇਸ ਚਿੰਤਾ ਵਿੱਚ ਨਹੀਂ ਹਾਂ। ਕਾਰਨ ਕੀ ਹੈ? ਜੇ ਸਹ ਪ੍ਰੀਤ ਨਾ ਜਾਏ, ਭਾਵ ਕਿ ਆਮ ਵਾਂਗ ਸਾਰਿਆਂ ਦੀ ਕਾਇਆ ਦਾ, ਸਰੀਰ ਦਾ ਜੀਵਨ ਬਣਿਆ ਹੈ, ਉਸ ਨੂੰ ਭੋਗਦਿਆਂ ਹੋਇਆਂ ਇਸ ਸੰਸਾਰ ਤੋਂ ਚੱਲਾਂਗੇ ਤਾਂ ਕਹਿੰਦੇ ਇੱਕ ਇਹਨਾਂ ਨੂੰ ਕੇਵਲ ਚਿੰਤਾ ਹੈ ਕਿ ਜੀਵਨ ਘਟ ਰਿਹਾ ਹੈ। ਕਹਿੰਦੇ ਘਟ ਸਾਡਾ ਵੀ ਰਿਹਾ ਪਰ ਸਾਨੂੰ ਚਿੰਤਾ ਨਹੀਂ। ਕਾਰਨ ਕੀ ਹੈ? ਜੇ ਸਹ ਪ੍ਰੀਤ ਨਾ ਜਾਏ। ਹੁਣ ਇੱਕ ਕਿਸਾਨ ਦੇ ਲਈ ਕਿਸੇ ਨੇੜਲੀ ਵਗਦੀ ਹੋਈ ਨਦੀ ਦੇ ਵਿੱਚੋਂ ਜਿੰਨਾ ਮਰਜ਼ੀ ਪਾਣੀ ਵਹਿ ਜਾਵੇ ਉਹਦੇ ਲਈ ਕੋਈ ਅਰਥ ਨਹੀਂ। ਉਹਨੂੰ ਤਾਂ ਕੇਵਲ ਉਹਦੇ ਹਿੱਤ ਅਰਥ ਹੈ ਜਿਸ ਪਾਣੀ ਨੂੰ ਉਹਨੇ ਜਿਹੜਾ ਬੰਨਾ ਆਦਿਕ ਵੱਢ ਕੇ ਆਪਣੇ ਖੇਤ ਨੂੰ ਲਗਾ ਲੈਣਾ ਹੈ। ਜੇ ਕੇਵਲ ਮਨੁੱਖ ਇਸੇ ਚਿੰਤਾ ਦੇ ਤਲ 'ਤੇ ਬੈਠਾ ਰਹੇ ਕਿ ਜੀਵਨ ਤਾਂ ਘਟ ਰਿਹਾ ਹੈ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਸੀਂ ਭਗਤੀ ਰੂਪ ਪ੍ਰਯੋਜਨ ਸ਼ੁਰੂ ਕਰ ਲਿਆ ਹੈ, ਜਿਹਦੇ ਸਦਕਾ ਸਾਡੀ ਸਤਿਗੁਰੂ ਦੇ ਚਰਨਾਂ ਨਾਲ, ਮੁਰਸ਼ਿਦ ਦੇ ਚਰਨਾਂ ਨਾਲ ਪ੍ਰੀਤ ਹੈ ਅਤੇ ਇਹ ਪ੍ਰੀਤ ਵੱਧਦੀ ਰਹਿਣੀ ਚਾਹੀਦੀ ਹੈ। ਜੇ ਇਹਦੇ ਮੁਕਾਬਲੇ ਜੀਵਨ ਦੀ ਚਿੰਤਾ ਵੱਧਦੀ ਰਹੀ ਅਤੇ ਪ੍ਰੀਤ ਨਾ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਸਕੇ ਤਾਂ ਕਹਿੰਦੇ ਫਿਰ ਗੱਲ ਜਿਹੜੀ ਅਯੋਗ ਹੋਵੇਗੀ। ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਲੋਕ ਦੇ ਵਿੱਚ ਆਪਣੇ ਜੀਵਨ ਦੀ ਇੱਕ ਗਹਿਰੀ ਅਨੁਭਵ ਦੀ ਤਰਜਮਾਨੀ ਵੀ ਕੀਤੀ ਹੈ। ਬਹੁਤ ਘੱਟ ਸਾਧਕ ਹੁੰਦੇ ਨੇ ਜਿਨ੍ਹਾਂ ਦਾ ਜੋਬਨ ਸਵਰਿਆ ਹੋਵੇ, ਜਵਾਨੀ ਅਵਸਥਾ ਸਵਰੀ ਹੋਵੇ। ਲਗਭਗ ਆਮ ਇੱਕ ਨਜ਼ਰੀਏ ਤੋਂ ਦੇਖੀਏ ਤਾਂ 60% ਲੋਕ ਜੀਵਨ ਦਾ ਅੱਧਾ ਹਿੱਸਾ ਗੁਜ਼ਾਰਨ ਤੋਂ ਬਾਅਦ ਧਰਮ ਦੀ ਸ਼ਰਨ ਲੈਂਦੇ ਨੇ।
ਭਾਵ ਕਿ 40-45 ਸਾਲ ਦੀ ਉਮਰ ਤੋਂ ਬਾਅਦ ਜਦ ਪਰਿਵਾਰਕ ਤਣਾਅ, ਸਮਾਜਿਕ ਜ਼ਿੰਮੇਵਾਰੀਆਂ ਜਾਂ ਜੀਵਨ ਦੇ ਜਿਹੜੇ ਅਧੂਰੇਪਣ ਜਦੋਂ ਮਨੁੱਖ ਨੂੰ ਬੁੱਧੀ ਦੇ ਤਲ 'ਤੇ ਵਿਚਲਿਤ ਕਰਦੇ ਹਨ, ਉਦੋਂ ਬੰਦਾ ਧਰਮ ਦੀ ਸ਼ਰਨ ਪਕੜਦਾ ਹੈ। ਬਹੁਤ ਘੱਟ ਹਨ ਜਿਹੜੇ ਸਮਝਦੇ ਹਨ ਕਿ ਜੋਬਨ ਅਵਸਥਾ ਦਾ ਪ੍ਰਯੋਗ ਧਰਮ ਦੇ ਲਈ ਕਰਨਾ ਚਾਹੀਦਾ, ਅਤੇ ਬਾਬਾ ਫਰੀਦ ਸਾਹਿਬ ਜੀ ਨੇ ਖੁਦ ਬ ਖੁਦ ਕੀਤਾ। ਇਸ ਕਰਕੇ ਆਖਦੇ ਹਨ, ਜੋਬਨ ਜਾਂਦੇ ਨਾ ਡਰਾਂ, ਕਿਉਂਕਿ ਜੇ ਬਚਪਨ ਥਿਰ ਨਹੀਂ ਰਿਹਾ ਤਾਂ ਜਵਾਨੀ ਵੀ ਥਿਰ ਨਹੀਂ ਰਹੇਗੀ, ਅਤੇ ਥਿਰ ਬੁਢਾਪਾ ਵੀ ਨਹੀਂ ਰਹੇਗਾ, ਅਤੇ ਥਿਰ ਸਰੀਰ ਵੀ ਨਹੀਂ ਰਹੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਇਸ ਗੱਲ ਦੀ ਚਿੰਤਾ ਛੱਡ ਦਿਓ, ਜੀਵਨ ਦੇ ਵਿੱਚ ਕਰਨਾ ਕੀ ਚਾਹੀਦਾ ਹੈ, ਜੇ ਸਹਿ ਪ੍ਰੀਤ ਨਾ ਜਾਏ। ਹੁਣ ਪ੍ਰੀਤ ਦਾ ਬਾਬਾ ਫਰੀਦ ਸਾਹਿਬ ਜੀ ਨੇ ਦੋਵੇਂ ਚੀਜ਼ਾਂ ਉਲਟ ਰੱਖੀਆਂ ਨੇ ਇਸ ਸ਼ਲੋਕ ਦੇ ਵਿੱਚ। ਪਹਿਲਾ ਨੁਕਤਾ ਇਹ ਸੀ ਕਿ ਜੀਵਨ ਦੀ ਘਟਣ ਦੀ ਚਿੰਤਾ, ਅਤੇ ਦੂਜੇ ਪਾਸੇ ਮੁਰਸ਼ਿਦ ਦੇ ਚਰਨਾਂ ਨਾਲ ਪ੍ਰੀਤ। ਹੁਣ ਦੂਜੇ ਪਾਸੇ ਬਾਬਾ ਫਰੀਦ ਸਾਹਿਬ ਜੀ ਨੇ ਜੋਬਨ ਸ਼ਬਦ ਵਰਤਿਆ, ਉਹ ਇਕੱਲਾ ਜੋਬਨ ਘਟਣ ਵਾਲਾ ਨਹੀਂ ਹੈ। ਉਹਦਾ ਵਿਚਲਾ ਨੁਕਤਾ ਇਹ ਹੈ ਕਿ ਜੋਬਨ ਦੇ ਵਿੱਚ ਧਰਮ ਦੀ ਤਰਫ ਤੋਰ ਲੈਣਾ ਜਾਂ ਧਰਮ ਦੀ ਤਰਫ ਲੱਗ ਜਾਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ, ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਕਿਤੇ ਦੇਖ ਲੈਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋਬਨ ਜਾਂਦੇ ਨਾ ਡਰਾਂ। ਇਹ ਜੋਬਨ ਦਾ ਜਿਹੜਾ ਭਰਮ ਹੈ, ਇਹ ਬੰਦੇ ਨੂੰ ਠੀਕ ਮਾਰਗ ਵੱਲ ਵੀ ਲੱਗਣ ਨਹੀਂ ਦਿੰਦਾ, ਕਿਉਂਕਿ ਅਜੇ ਵਿਕਾਰਾਂ ਦੇ ਰਸਾਂ ਦੇ ਨਾਲ ਨਵਾਂ ਵਾਕਫਿਤ ਹੋਇਆ ਹੈ, ਉਹਨਾਂ ਦਾ ਰਸ ਬੜਾ ਗਹਿਰਾ ਹੈ। ਦੂਸਰਾ, ਸਰੀਰ ਦੇ ਜੀਵਨ ਵਿੱਚ ਬਲ ਹੈ, ਉਸ ਬਲ ਦੇ ਨਾਲ ਵਿਕਾਰਾਂ ਦੀ ਅਨੈਤਿਕ ਅਧਾਰਮਿਕ ਪੂਰਤੀ ਵੀ ਕਰੀ ਜਾ ਰਿਹਾ ਹੈ, ਅਤੇ ਉਹਨਾਂ ਦੇ ਬਣ ਰਹੀ ਮੈਲ ਨੂੰ ਅਣਗੌਲਿਆਂ ਕਰੀ ਜਾ ਰਿਹਾ। ਇੱਕ ਨੌਜਵਾਨ ਅਗਰ ਵਿਕਾਰਾਂ ਦੀ ਵਾਸਨਾ ਵਿੱਚ ਲਿਪਤ ਹੁੰਦਾ ਹੈ, ਕੀ ਇਹ ਕਿਹਾ ਜਾ ਸਕਦਾ ਕਿ ਉਹਦੇ ਅੰਤਰੀਵ ਵਿੱਚ ਮੈਲ ਘੱਟ ਹੈ? ਪਰ ਗੱਲ ਇਹ ਹੈ ਕਿ ਉਸ ਸਮੇਂ ਦੇ ਵਿੱਚ ਸਰੀਰ ਦਾ ਬਲ ਚਿੰਤਨ ਦੇ ਨੇੜੇ ਨਹੀਂ ਆਉਣ ਦਿੰਦਾ, ਅਤੇ ਵਿਕਾਰਾਂ ਦੇ ਕੀਤੇ ਹੋਏ ਕਰਮ ਬਹੁਤੀ ਜਿਹੜੀ ਪਰੇਸ਼ਾਨੀ ਨਹੀਂ ਪੈਦਾ ਕਰਦੇ, ਕਰੀ ਜਾ ਰਿਹਾ ਕੇਵਲ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜਾ ਬਾਅਦ ਦੇ ਵਿੱਚ ਚਿੰਤਾ ਪੈਦਾ ਹੋਣੀ ਹੈ, ਉਹ ਜੋਬਨ ਨੇ ਹੀ ਪੈਦਾ ਕਰਨੀ ਹੈ। ਕਿਉਂਕਿ ਅੱਜ ਜੀਵਨ ਦੇ ਵਿੱਚ ਬਲ ਹੈ, ਚਿੰਤਨ ਕਰਨ ਦੀ ਸਮਰੱਥਾ ਨਹੀਂ ਹੈ। ਜਿਤਨਾ ਇੱਕ ਬੱਚਾ ਪਾਪ ਕਰਦਿਆਂ ਡਰਦਾ ਹੈ, ਜਾਂ ਜਿਤਨਾ ਇੱਕ ਬੁਰਧ ਬੰਦਾ ਪਾਪ ਕਰਨ ਤੋਂ ਘਬਰਾਉਂਦਾ ਹੈ, ਜਾਂ ਉਹਦੇ ਵਾਰੀ ਜਿੰਨੀ ਝਿਜਕ ਉਹਦੇ ਅੰਦਰ ਹੁੰਦੀ ਹੈ, ਉਨੀ ਇੱਕ ਨੌਜਵਾਨ ਦੇ ਅੰਦਰ ਨਹੀਂ ਹੁੰਦੀ। ਉਹਦੇ ਜੀਵਨ ਦਾ ਬਲ ਉਹਦੀ ਬੁੱਧੀ ਦੀਆਂ ਜਿਹੜੀਆਂ ਸੀਮਾਵਾਂ ਨੂੰ ਬਿਲਕੁਲ ਨਕਾਰਾ ਕਰ ਦਿੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਅਜਿਹਾ ਜੋਬਨ ਜਿਹੜਾ ਵਾਸਨਾ ਦਾ ਵਹਿਣ ਬਣ ਜਾਂਦਾ ਹੈ, ਅਜਿਹਾ ਜੋਬਨ ਜਿਹਦੇ ਵਿੱਚ ਵਿਕਾਰਾਂ ਦੇ ਮਾਣੇ ਰਸਾਂ ਨੂੰ ਬੰਦਾ ਸਭ ਤੋਂ ਉੱਚੇ ਜਾਣਦਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਅਜਿਹੇ ਜੋਬਨ ਜਾਂਦੇ ਹੋਏ ਡਰਨਾ ਨਹੀਂ ਚਾਹੀਦਾ। ਜੀਵਨ ਦੇ ਵਿੱਚ ਕੀ ਕਰਨਾ, ਜੇ ਸਹਿ ਪ੍ਰੀਤ ਨਾ ਜਾਏ। ਹੁਣ ਵਿਪਰੀਤ ਅਵਸਥਾ ਹੈ, ਜੋਬਨ ਅਵਸਥਾ ਦਾ ਪ੍ਰਯੋਜਨ ਵਿਕਾਰਾਂ ਦੀ ਤਰਫ ਲਗਾ ਲਿਆ ਹੈ, ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੇ ਸਹਿ ਪ੍ਰੀਤ ਨਾ ਜਾਏ। ਇਹੀ ਪ੍ਰੀਤ ਸੱਦ ਮਾਰਗ ਵੱਲ ਲਾਉਣੀ ਹੈ, ਹਜ਼ਾਰਾਂ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ। ਹੁਣ ਕਿਵੇਂ, ਇਸ ਦਾ ਪੱਖ ਵੀ ਹੈ। ਮਨੋਵਿਗਿਆਨਕ ਇਸ ਗੱਲ ਨੂੰ ਮੰਨਦੇ ਨੇ। ਅਸੀਂ ਦੁਨੀਆ ਦੇ ਵਿੱਚ ਬੜੀ ਵਾਰੀ ਸਾਨੂੰ ਇੱਕ ਭੁਲੇਖਾ ਰਹਿੰਦਾ ਹੈ ਕਿ ਕੋਈ ਬੰਦਾ ਕਦੇ ਵੀ ਜਾ ਕੇ ਬਦਲ ਸਕਦਾ ਹੈ, ਪਰ ਮਨੋਵਿਗਿਆਨਕ ਦੁਨੀਆ ਭਰ ਦੇ, ਚਾਹੇ ਉਹ ਸਿਗਮੰਡ ਫਰਾਇਡ ਵਰਗੇ ਹੋਣ ਜਾਂ ਹੋਰ ਵੱਡੇ ਮਨੋਵਿਗਿਆਨ, ਉਹ ਮੰਨਦੇ ਹਨ ਕਿ ਕੇਵਲ ਉਹਨਾਂ ਨੇ ਜਿਹੜੀ ਹੱਦ ਉਮਰ ਮੰਨੀ ਹੈ ਸਾਰੇ ਵਿਸ਼ਵ ਦਾ ਅਧਿਐਨ ਕਰਕੇ, ਇਹ 24 ਸਾਲ ਹੈ। ਉਹਨਾਂ ਕਿਹਾ ਕਿ 24 ਸਾਲ ਤੱਕ ਜੋ ਬੰਦੇ ਦੇ ਮਾਨਸਿਕ ਸੰਸਕਾਰ ਬਣ ਗਏ, ਜੋ ਉਹਦੇ ਸੁਭਾਅ ਦੀਆਂ ਪ੍ਰਵਿਰਤੀਆਂ ਬਣ ਗਈਆਂ, ਜੋ ਉਹਦੇ ਵਿਵਹਾਰ ਦੇ ਦ੍ਰਿਸ਼ਟੀਕੋਣ ਸਭ ਕੁਝ ਬਣ ਗਿਆ, ਲਗਭਗ ਉਹੀ ਉਹਦੇ ਬਾਕੀ ਜੀਵਨ ਚੱਲਦਾ। ਜਿਹੜੀ ਬਦਲਾਅ ਦੀ ਸੰਭਾਵਨਾ ਹੈ ਉਹ ਕੇਵਲ 10 ਤੋਂ 12% ਰਹਿੰਦੀ ਹੈ। ਉਹ ਵੀ ਤਾਂ ਜੇ ਮਨੁੱਖ ਕਿਸੇ ਬੜੇ ਵੱਡੇ ਉੱਤਮ ਪੁਰਖਾਂ ਦੇ ਨਾਲ ਰਹਿੰਦਾ ਹੋਵੇ। ਹੁਣ ਕੁਦਰਤੀ ਹੈ, ਵਿਕਾਰਾਂ ਦਾ ਸੁਭਾਅ ਜੀਵਨ ਦੇ ਬਲ ਦਾ ਪਤਾ ਲੱਗਿਆ 15-16 ਸਾਲ ਦੀ ਉਮਰ ਦੇ ਵਿੱਚ। ਉਹਦੇ ਤੋਂ ਲੈ ਕੇ 8 ਸਾਲ ਤੱਕ ਵਿਕਾਰਾਂ ਦੀ ਸੰਗਤ ਦੇ ਵਿੱਚ ਰਿਹਾ ਹੈ, ਤਾਂ ਵਿਕਾਰਾਂ ਦੇ ਨਾਲ ਹੁਣ ਮਾਨਸਿਕ ਸੰਸਕਾਰ ਐਸੇ ਬਣ ਗਏ ਨੇ, ਇਹ ਗ੍ਰਸਤ ਦੇ ਵਿੱਚੋਂ ਵੀ ਗੁਜ਼ਰੇਗਾ ਤਾਂ ਵਿਕਾਰਾਂ ਦੀ ਮੈਲ ਲੈ ਕੇ ਗੁਜ਼ਰੇਗਾ, ਬੁਢਾਪੇ 'ਚੋਂ ਵੀ ਗੁਜ਼ਰੇਗਾ ਅਤੇ ਵਿਕਾਰਾਂ ਦੀ ਮੈਲ ਤਾਂ ਨਹੀਂ, ਵਿਕਾਰਾਂ ਦੀ ਵਾਸਨਾ ਲੈ ਕੇ ਗੁਜ਼ਰੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜੋਬਨ ਜਾਂਦੇ ਨਾ ਡਰਾਂ। ਜਿਹੜਾ ਜੋਬਨ ਦਾ ਜਿਉਣਾ ਤੈਨੂੰ ਭਗਤੀ ਦੇ ਮਾਰਗ ਵੱਲ ਨਹੀਂ ਲਗਾਉਂਦਾ, ਅਤੇ ਇਹ ਭਾਵੇਂ ਵਿਕਾਰਾਂ ਹੱਥੋਂ ਗਰਕ ਹੋ ਜਾਵੇ, ਇਹਦੇ ਡਰਨ ਦੀ, ਇਹਦੇ ਮੁੱਕਣ ਦੀ ਚਿੰਤਾ ਨਹੀਂ। ਚਿੰਤਾ ਕੀ ਹੋਣੀ ਚਾਹੀਦੀ ਹੈ, ਜੇ ਸਹਿ ਪ੍ਰੀਤ ਨਾ ਜਾਏ।
ਕਿ ਤੇਰੇ ਮੁਰਸ਼ਦ ਦੇ ਚਰਨਾਂ ਨਾਲ ਪ੍ਰੀਤ, ਜਿਨ੍ਹੇ ਤੈਨੂੰ ਠੀਕ ਅਰਥਾਂ ਦੇ ਵਿੱਚ ਇਹ ਸਰੀਰ ਦੀ ਜੋਬਨ ਅਵਸਥਾ ਢਲ ਜਾਣੀ ਹੈ, ਪਰ ਜਿਨ੍ਹੇ ਤੈਨੂੰ ਸਦ ਜੋਬਨ ਦੀ ਅਵਸਥਾ ਦੇਣੀ ਹੈ, ਜੇ ਉਸ ਪ੍ਰੀਤ ਦੀ ਤਰਫ ਨਾ ਚੱਲ ਸਕਿਆ ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਫਿਰ ਜੀਵਨ ਅਧੂਰਾ ਰਹਿ ਜਾਏਗਾ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆ, ਪ੍ਰੀਤ। ਨੌਜਵਾਨੀ ਜੋਬਨ ਅਵਸਥਾ ਦੇ ਤਲ 'ਤੇ ਹੁੰਦੀ ਮਨ 'ਚ ਵਾਸਨਾ ਹੈ, ਪਰ ਉਹਨੂੰ ਸੰਗਿਆ ਦਿੰਦਾ ਹੈ ਪ੍ਰੇਮ ਦੀ। ਹੁੰਦਾ ਮਨ ਦੇ ਵਿੱਚ ਕੂੜ ਹੈ, ਸੰਗਿਆ ਦਿੰਦਾ ਸਨੇਹ ਦੀ, ਮੁਹੱਬਤ ਦੀ, ਕਿਉਂਕਿ ਅਗਿਆਨ ਦੇ ਵਿੱਚ ਹੈ। ਵਾਸਨਾ ਦੀ ਪੂਰਤੀ ਜਦ ਹੀ ਨਹੀਂ ਹੁੰਦੀ, ਉਹਦੇ ਨਾਲ ਹੀ ਦਵੈਸ਼ ਬਣ ਜਾਂਦਾ ਹੈ। ਸ਼ੁੱਧ ਸਨੇਹ ਜਾਂ ਪ੍ਰੇਮ ਬਿਲਕੁਲ ਲੁਪਤ ਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਪ੍ਰੀਤ ਹੈ ਉਹਦੇ ਵਿੱਚ ਸ਼ੁੱਧਤਾ ਹੈ, ਅਤੇ ਸ਼ੁੱਧਤਾ ਨਹੀਂ ਕਮਾ ਸਕਦਾ। ਇਸ ਕਰਕੇ ਜੋਬਨ ਜਾਂਦੇ ਨਾ ਡਰਾ, ਕਹਿੰਦੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਹੜਾ ਜੋਬਨ ਅਵਸਥਾ ਧਰਤੀ ਦੇ ਲਈ ਵਰਦਾਨ ਨਹੀਂ ਬਣੀ, ਜਿਸ ਜੋਬਨ ਨੇ ਮਾਲਕ ਦੇ ਕਿਸੇ ਵੱਡੇ ਗੁਣ ਦੀ ਕਮਾਈ ਕਰਕੇ ਧਰਤੀ ਨੂੰ ਖੂਬਸੂਰਤ ਨਹੀਂ ਬਣਾਇਆ, ਜਾਂ ਜਿਹੜੀ ਜੋਬਨ ਅਵਸਥਾ ਦੇ ਵਿੱਚ ਗਿਆਨ ਦਾ ਕੋਈ ਵੱਡਾ ਦੀਪਕ ਜਲ ਕੇ ਦੂਜਿਆਂ ਦੇ ਲਈ ਪ੍ਰਕਾਸ਼ ਨਹੀਂ ਬਣ ਸਕਿਆ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਸ ਜੋਬਨ ਦਾ ਕੀ ਕਰਨਾ। ਹੁਣ ਕੁਦਰਤੀ ਹੈ ਜੀਵਨ ਦੇ ਵਿੱਚ ਵਾਚੀਏ। ਜੀਵਨ ਦੇ ਵਿੱਚ ਜੇ ਪਸ਼ੂ ਜੋਬਨ ਤਲ 'ਤੇ ਹੋਵੇ ਨਾ, ਤਾਂ ਉਹਦੀ ਜਿਹੜੀ ਦੁੱਧ ਆਦਿਕ ਦੇਣ ਦੀ ਮਾਤਰਾ ਉਹ ਬੜੀ ਉੱਚੀ ਰਹਿੰਦੀ ਹੈ। ਉਹ ਬਿਰਧ ਹੋ ਕੇ ਵੀ ਭਾਰ ਢੋਂਦਾ ਰਹਿੰਦਾ ਹੈ। ਮਨੁੱਖ ਦੀ ਸਭ ਤੋਂ ਮਾਕੂਲ ਅਵਸਥਾ ਮੰਨੀ ਜਾਂਦੀ ਹੈ ਜੋਬਨ, ਪਰ ਮਨੁੱਖ ਸਭ ਤੋਂ ਨਿਮਨ ਕਿਸਮ ਦਾ ਪ੍ਰਯੋਗ ਇਸੇ ਅਵਸਥਾ ਦਾ ਕਰਦਾ। ਤਾਂ ਕਰਕੇ ਬਾਣੀ ਵਿੱਚ ਵਾਕ ਹਨ, 12 ਬਰਸ ਬਾਲਪਨ ਬੀਤੇ, 20 ਬਰਸ਼ ਕਛ ਤਪ ਨਾ ਕੀਓ, 30 ਬਰਸ਼ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਕੇਵਲ ਚਿੰਤਾ ਹੈ। ਔਰ ਵੱਡੀ ਗੱਲ ਹੈ, ਚਿੰਤਾ ਜੋਬਨ 'ਚ ਜਾਗਦੀ ਵੀ ਨਹੀਂ। ਨਾ ਉਮਰ ਘਟਣ ਦੀ ਚਿੰਤਾ ਜੋਬਨ 'ਚ ਜਾਗਦੀ ਹੈ, ਅਤੇ ਨਾ ਹੀ ਇਹ ਕਿ ਮੇਰਾ ਕੋਈ ਜੀਵਨ ਠੀਕ ਪਾਸੇ ਜਾ ਰਿਹਾ, ਇਹ ਵੀ ਚਿੰਤਾ ਨਹੀਂ। ਇਹ ਤਾਂ ਜੀਵਨ ਦੇ ਕਿਸੇ ਅਗਲੇਰੇ ਪੜਾਵਾਂ 'ਚ ਜਾ ਕੇ ਜਾਗਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਪਤਾ ਨਹੀਂ ਕਿੰਨੇ, ਉਹ ਕਹਿੰਦੇ ਕਿੰਨੇ ਜੀਵਨ ਦੇਖ ਲਏ ਹਨ ਜਿਨ੍ਹਾਂ ਨੂੰ ਨਾ ਕੋਈ ਗਿਆਨ ਦੀ ਰੰਗਤ ਲੱਗੀ, ਨਾ ਜਿਨ੍ਹਾਂ ਦੇ ਜੀਵਨ ਵਿੱਚ ਭਗਤੀ ਦਾ ਪ੍ਰਕਾਸ਼ ਹੋਇਆ, ਨਾ ਹੀ ਜਿਨ੍ਹਾਂ ਨੇ ਪਰਮੇਸ਼ਰ ਦੇ ਸ਼ੁਭ ਗੁਣਾਂ ਦੇ ਨਾਲ ਆਪਣੀ ਜੀਵਨ ਅਵਸਥਾ ਨੂੰ ਸਕਾਰਥ ਬਣਾਇਆ। ਇੱਕ ਸੁੰਦਰ ਪ੍ਰਮਾਣ ਆਪ ਦੇ ਸਨਮੁਖ ਰੱਖਦਿਆਂ ਤਾਂ ਕਿ ਗੱਲ ਬੜੇ ਭਾਵ ਸਹਿਤ ਸਪਸ਼ਟ ਹੋ ਜਾਏ। ਇੱਕ ਵਾਰੀ ਸ਼ਮਸ ਤਬਰੇਜ਼ ਨੂੰ ਉਹਦੇ ਮੁਰੀਦ ਮੌਲਾਨਾ ਰੂਮ ਨੇ ਪੁੱਛਿਆ, ਸ਼ਮਸ ਤਬਰੇਜ਼, ਜਿਵੇਂ ਇੱਕ ਕਾਰੋਬਾਰੀ ਇੱਕ ਧਨਾੜ ਦੇ ਕੋਲ ਗਿਣਤੀ ਕਰਨ ਦੇ ਲਈ ਬੜਾ ਧਨ ਹੁੰਦਾ ਹੈ, ਅਤੇ ਉਹ ਦਿਨ ਦੇ ਵਿੱਚ ਕਈ ਵਾਰੀ ਆਪਣੇ ਇਕੱਤਰਿਤ ਕੀਤੇ ਧਨ ਦਾ ਜ਼ਿਕਰ ਕਰਦਾ ਹੈ ਕਿ ਬੈਂਕ ਵਿੱਚ 5 ਕਰੋੜ ਦੀ ਸੰਪત્ਤੀ ਪਈ ਹੈ। ਉਸ ਨੂੰ ਖਿਆਲ ਕਰਕੇ ਉਹ ਖੁਸ਼ ਹੋਈ ਜਾਂਦਾ ਹੈ, ਨਿਹਾਲ ਹੋਈ ਜਾਂਦਾ ਹੈ। ਕਹਿਣ ਲੱਗਾ ਜਿਵੇਂ ਇੱਕ ਵਪਾਰੀ ਬੜਾ ਲਾਭ ਖੱਟਣ ਦੇ ਨਜ਼ਰੀਏ ਨੂੰ ਬਾਰ-ਬਾਰ ਵਾਚ ਕੇ ਨਿਹਾਲ ਹੁੰਦਾ ਹੈ, ਇਸ ਤਰ੍ਹਾਂ ਕਹਿਣ ਲੱਗਾ ਕਿ ਜਿਹੜੇ ਭਗਤੀ ਵਿੱਚ ਹੁੰਦੇ ਨੇ, ਇਹ ਜਦੋਂ ਆਪਣੇ ਮਨ 'ਚ ਕੋਈ ਸੈਲੀਬ੍ਰੇਸ਼ਨ ਕਰਦੇ ਨੇ ਤਾਂ ਉਹਦਾ ਰੂਪ ਕੀ ਹੁੰਦਾ ਹੈ ਕਿ ਇੱਕ ਕਾਰੋਬਾਰੀ ਦੇ ਕੋਲੋਂ 5 ਕਰੋੜ ਹੈ, ਉਹ ਤਾਂ ਖੁਸ਼ ਹੋ ਰਿਹਾ ਕਿ ਮੈਂ 5 ਕਰੋੜ ਦੀ ਸੰਪત્ਤੀ ਦਾ ਮਾਲਕ ਹਾਂ। ਪਰ ਜਿਹੜਾ ਇੱਕ ਭਗਤੀ ਵਾਲਾ ਹੈ, ਉਹ ਕਿਸ ਧਨ ਨਾਲ ਖੁਸ਼ ਹੁੰਦਾ ਹੈ, ਤਾਂ ਉਹਨੇ ਕੁਦਰਤੀ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ, ਅਤੇ ਰੁਮਾਲ ਕੱਢ ਕੇ ਉਹਦੇ ਸਾਹਮਣੇ ਵਿਛਾ ਦਿੱਤਾ। ਕਹਿੰਦਾ ਇਹ ਤੇਰੇ ਸਵਾਲ ਦਾ ਜਵਾਬ ਹੈ। ਉਹ ਕਹਿਣ ਲੱਗਾ ਇਹ ਮੇਰੇ ਸਵਾਲ ਦਾ ਜਵਾਬ ਕਿਵੇਂ ਹੋ ਸਕਦਾ ਹੈ, ਇਹ ਤਾਂ ਤੁਸੀਂ ਕੱਢ ਕੇ ਰੁਮਾਲ ਵਿਛਾਇਆ ਹੈ। ਕਹਿਣ ਲੱਗਾ ਹਾਂ। ਬਾਅਦ ਦੇ ਵਿੱਚ ਉਹਨੇ ਰੁਮਾਲ ਇਕੱਠਾ ਕਰਕੇ ਜੇਬ 'ਚ ਪਾਇਆ ਅਤੇ ਫਿਰ ਵਿਛਾ ਕੇ ਉਹਨੂੰ ਕਹਿਣ ਲੱਗਾ ਤੇਰੇ ਸਵਾਲ ਦਾ ਜਵਾਬ ਹੈ। ਕਹਿਣ ਲੱਗਾ ਮੈਂ ਕੁਝ ਸਮਝਿਆ ਨਹੀਂ, ਸਪਸ਼ਟ ਕਰੋ। ਕਹਿਣ ਲੱਗਾ ਇੱਕ ਦੁਨੀਆਦਾਰ ਨੇ 5 ਕਰੋੜ ਕਮਾਇਆ ਹੈ, ਉਹਦੇ ਕੋਲੋਂ ਕੀ ਦਾਅਵਾ ਹੈ ਕਿ ਉਹਦੀ 5 ਕਰੋੜ ਦੀ ਕਮਾਈ ਸ਼ੁੱਧ ਹੈ? ਕਿਤੇ ਨਾ ਕਿਤੇ ਤਾਂ ਪਾਪ ਦਾ ਅੰਸ਼ ਸ਼ਾਮਲ ਹੋਇਆ ਹੋਏਗਾ, ਕਿਤੇ ਨਾ ਕਿਤੇ ਤਾਂ ਜਿਹੜੀ ਬੇਈਮਾਨੀ ਦਾ ਕੋਈ ਨਾ ਕੋਈ ਹਿੱਸਾ ਨਾਲ ਜੋੜਿਆ ਹੋਏਗਾ। ਸੰਪੂਰਨ ਤੌਰ 'ਤੇ 5 ਕਹਿੰਦਾ ਕਿਤੇ ਨਾ ਕਿਤੇ ਚਾਹੇ ਇੱਕ ਕਿਣਕਾ ਮਾਤਰ ਹੀ ਹੋਏ, ਪਾਪ ਦਾ ਅੰਸ਼ ਤਾਂ ਸ਼ਾਮਲ ਕੀਤਾ ਹੀ ਹੋਏਗਾ। ਜਾਂ ਜੇ ਪਾਪ ਦਾ ਅੰਸ਼ ਨਹੀਂ ਸ਼ਾਮਲ ਕੀਤਾ ਤਾਂ ਘੱਟੋ ਘੱਟ ਜਿਸ ਜੋਬਨ ਅਵਸਥਾ ਜਾਂ ਜਿਸ ਬੁੱਧੀ ਦੇ ਤਾਣ ਨਾਲ 5 ਕਰੋੜ ਕਮਾਇਆ ਹੈ, ਕੀ ਇਹਦੀ ਕੀਮਤ 5 ਕਰੋੜ ਹੀ ਹੈ? ਇਸ ਤੋਂ ਅੱਗੇ ਨਹੀਂ ਹੈ।
ਇਸ ਕਰਕੇ ਕਹਿੰਦਾ ਇਹ ਗੱਲ ਹੈ। ਦੂਸਰਾ ਜਿਹੜਾ ਮੈਂ ਤੈਨੂੰ ਰੁਮਾਲ ਦਿੱਤਾ ਉਹਦਾ ਭਾਵ ਇਹ ਹੈ ਕਿ ਮੈਂ ਦੁਨੀਆ ਦੇ ਪਦਾਰਥਾਂ ਦੀ ਚਮਕ ਵਿੱਚ ਪੈ ਕੇ ਆਪਣੇ ਆਤਮਾ ਦਾ ਅਸਲ ਜਿਹੜੀ ਸੁੰਦਰਤਾ ਹੈ ਉਹਨੂੰ ਨਹੀਂ ਗਵਾਇਆ। ਜਿਵੇਂ ਮੇਰਾ ਰੁਮਾਲ ਸ਼ਵੱਛ ਹੈ, ਉਵੇਂ ਮੈਨੂੰ ਜਿਹੜਾ ਸ਼ਵੱਛ ਹਿਰਦਾ ਮਿਲਿਆ ਸੀ। ਜੋਬਨ ਅਵਸਥਾ ਦੇ ਵਿੱਚ ਵਿਕਾਰਾਂ ਨੇ ਅੰਤਰੀਵ ਨੂੰ ਮੈਲਾ ਕਰ ਦੇਣਾ ਸੀ। ਜੋਬਨ ਅਵਸਥਾ ਦੇ ਵਿੱਚ ਗੁਨਾਹਾਂ ਦੀ ਪੰਡ ਸਿਰ 'ਤੇ ਲੱਦੀ ਜਾਣੀ ਸੀ। ਜੋਬਨ ਅਵਸਥਾ ਦੇ ਵਿੱਚ ਕੁਝ ਐਸੇ ਗਲਤ ਦ੍ਰਿਸ਼ਟੀਕੋਣ ਬਣ ਜਾਣੇ ਸੀ ਕਿ ਸਾਰੀ ਜ਼ਿੰਦਗੀ ਉਹਨਾਂ ਤਹਿਤ ਮੰਦ ਕਰਮ ਕਰਦੇ ਰਹਿਣਾ ਸੀ। ਉਹ ਸਾਰੀ ਚੀਜ਼ਾਂ ਤੋਂ ਬਚ ਕੇ ਨਿਰਮਲ ਰਿਹਾ ਹਾਂ। ਇਸ ਕਰਕੇ ਮੇਰੀ ਅਮੀਰੀ ਇਹ ਹੈ, ਜਿਵੇਂ ਦਾ ਪੈਦਾ ਹੋਇਆ ਸਾਂ ਉਵੇਂ ਦਾ ਹੀ ਹਾਂ। ਆਪਣੀ ਅਵਸਥਾ ਨੂੰ ਜਰਾ ਜਿੰਨਾ ਵੀ ਦੁਨਿਆਵੀ ਰੰਗਾਂ ਕਰਕੇ ਭ੍ਰਮਤ ਜਾਂ ਮੈਲਾ ਨਹੀਂ ਹੋਣ ਦਿੱਤਾ। ਮੇਰੀ ਅਮੀਰੀ ਇਹ ਹੈ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਕਿੱਤੀ ਜੋਬਨ ਪ੍ਰੀਤ ਬਿਨ। ਕਿੰਨਿਆਂ ਦਾ ਦੇਖਦੇ ਹਾਂ ਅਜੇ ਸਮਾਜ ਦੇ ਵਿੱਚ। ਹੁਣ ਕੁਦਰਤੀ ਕਦੇ ਸਮਾਜ ਨੂੰ ਇਸ ਨੁਕਤੇ ਤੋਂ ਬਚੋ। ਅਸੀਂ ਬੱਚੇ ਨੂੰ ਇਹਦੇ ਤੋਂ ਮਨਫੀ ਕਰ ਦਿੰਦੇ ਹਾਂ, ਕਿਉਂਕਿ ਬੱਚੇ ਦੇ ਜੀਵਨ 'ਚ ਅਜੇ ਅਦੀ ਅਕਲ ਨਹੀਂ ਪ੍ਰੌੜ ਹੋਈ, ਉਹਦੇ ਕੋਲ ਜੀਵਨ ਦਾ ਪੂਰਾ ਬਲ ਵੀ ਨਹੀਂ ਆਇਆ। ਸਮਾਜ ਨੇ ਵੀ ਉਹਨੂੰ ਆਗਿਆ ਨਹੀਂ ਦਿੱਤੀ ਅਜੇ ਕੁਝ ਕਰਨ ਦੀ। ਬੱਚੇ ਨੂੰ ਇਸ ਤਲ ਤੋਂ ਮਨਫੀ ਕਰ ਦਈਏ। ਇੱਕ ਨੌਜਵਾਨ ਹੈ, ਨੌਜਵਾਨ ਦੇ ਕੋਲ ਜੀਵਨ ਦਾ ਬਲ ਹੈ, ਉਹਦੇ ਬਲ ਨੂੰ ਵਰਤਣ ਦੀ ਆਗਿਆ ਵੀ ਸਮਾਜ ਨੇ ਦਿੱਤੀ ਹੋਈ। ਹੁਣ ਉਸ ਬਲ ਨੂੰ ਵਰਤ ਕੇ ਉਹ ਧਰਤੀ 'ਤੇ ਚੰਗਾ ਕੀ ਪੈਦਾ ਕਰ ਰਿਹਾ, ਪ੍ਰਸ਼ਨ ਇਹ ਹੈ। ਬੱਚੇ ਨੂੰ ਮਨਫੀ, ਹੁਣ ਕੁਦਰਤੀ ਇਹ ਸੁਸਾਇਟੀ ਠੀਕ ਕਿਉਂ ਨਹੀਂ ਬਣਦੀ? ਨੌਜਵਾਨਾਂ ਦੀ ਜੀਵਨ ਦੀ ਸਾਧਨਾ ਨਹੀਂ ਹੋ ਰਹੀ। ਜਿਹੜਾ ਨੌਜਵਾਨ ਵਾਸਨਾ ਦੇ ਵਿੱਚ 10-12 ਸਾਲ ਬਤੀਤ ਕੀਤਾ, ਕਲਪਨਾ ਕਰ ਸਕਦੇ ਹਾਂ ਕਿ ਇਹਦਾ ਬੁਢਾਪਾ ਜਿਹੜਾ ਹੈ ਤ੍ਰਿਸ਼ਨਾ ਵਾਸਨਾ ਤੋਂ ਰਹਿਤ ਹੋਏਗਾ। ਮਨ ਦੇ ਸੰਸਕਾਰ ਤਾਂ 24 ਸਾਲ ਤੱਕ ਬਣਨੇ ਨੇ। 24 ਸਾਲ ਤੱਕ ਕੋਈ ਨਹੀਂ। ਸੁਹਿਰਦ ਕਿਸਮ ਦੀ ਵੱਡੀ ਗੱਲ ਹੈ। ਕਿਤੇ ਨੌਜਵਾਨਾਂ ਦੇ ਇਕੱਠ ਸੀਰੀਅਸ ਕਿਸਮ ਦੀ ਗੱਲ ਕਰ ਲਓ, ਉੱਥੋਂ ਉੱਠਣਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਕਿਉਂਕਿ ਹਿਰਦੇ 'ਚ ਕੂੜ ਭਾਰੂ ਹੈ। ਇਸ ਕਰਕੇ ਬਾਬਾ ਉਹ ਫਿਰ ਠੀਕ ਸੁਸਾਇਟੀ ਬਣਦੀ ਨਹੀਂ। ਜਿਹਦੇ ਨੌਜਵਾਨ ਦੀ ਜੀਵਨ ਦੀ ਸਾਧਨਾ ਨਹੀਂ ਹੋਈ, ਅਤੇ ਬੁਢਾਪਾ ਤਾਂ ਜੀਵਨ ਦੀਆਂ ਸ਼ਾਮਾਂ ਨੇ। ਜਿਹਨੇ ਦੁਪਹਿਰ ਸਵੇਰ ਵੇਲੇ ਜਾਂ ਦੁਪਹਿਰ ਵੇਲੇ ਚੱਜ ਆਪਣਾ ਕੋਈ ਠੀਕ ਕੰਮ ਨਹੀਂ ਸ਼ੁਰੂ ਕਰ ਸਕਿਆ ਅਤੇ ਸ਼ਾਮਾਂ ਢਲਣ ਵੇਲੇ ਚਿੰਤਾ ਕਰੀ ਜਾਵੇ ਕਿ ਮੇਰਾ ਕੰਮ ਪੂਰਾ ਨਹੀਂ ਹੋਇਆ, ਫਿਰ ਉਸ ਬੰਦੇ ਨੂੰ ਨਾਲਾਇਕ ਕਿਹਾ ਜਾਏਗਾ ਕਿ ਜਿਸ ਸਮੇਂ ਕੰਮ ਸ਼ੁਰੂ ਕਰਨਾ ਸੀ ਦਿਨ ਦੇ ਚੜ੍ਹਾਅ ਵੇਲੇ, ਉਦੋਂ ਕੀਤਾ ਨਹੀਂ, ਹੁਣ ਸ਼ਾਮਾਂ ਵੇਲੇ ਜਿਹੜਾ ਹੈ। ਇਸ ਕਰਕੇ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਹਨ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਆ ਜਾਨੋ ਕਿਆ ਕਰਸੀ ਪੀਓ, ਕਿ ਜੀਵਨ ਦੀ ਹੁਣ ਜਦੋਂ ਜੀਵਨ ਦੀਆਂ ਸੰਧਿਆ ਆ ਗਈਆਂ ਨੇ, ਉਦੋਂ ਚਿੰਤਨ ਜਾਗਿਆ ਕਿ ਜੀਵਨ ਬਿਲਕੁਲ ਨਿਕਲ ਗਿਆ ਹੱਥੋਂ। ਜਦੋਂ ਹੁਣ ਦੇਹ ਦਾ ਬਲ ਮੱਧਮ ਪਿਆ ਹੈ, ਫਿਰ ਆਪਣੇ ਪੂਰਵਲੇ ਦਿਨ ਚੇਤੇ ਆਏ ਹਨ, ਅਤੇ ਪੂਰਵਲੇ ਦਿਨ ਚੇਤੇ ਆਉਣ ਦੇ ਨਾਲ ਪੂਰਵਲੇ ਦਿਨਾਂ ਦੇ ਕਰਮ ਵੀ ਚੇਤੇ ਆਏ ਹਨ, ਅਤੇ ਉਹਨਾਂ ਕਰਮਾਂ ਨੇ ਉਹਨਾਂ ਨੂੰ ਭੈ ਭੀਤ ਕੀਤਾ ਹੈ। ਇਸ ਕਰਕੇ ਦੁਨੀਆ ਦਾ ਇੱਕ ਬੜਾ ਵੱਡਾ ਵਿਦਵਾਨ ਹੋਇਆ ਸੁਕਰਾਤ, ਕਹਿਣ ਲੱਗਾ ਤੁਹਾਡੇ ਕੋਲੋਂ ਜੀਵਨ ਦੀ ਜਿਹੜੀ ਅਵਸਥਾ ਹੈ ਬਿਰਧ, ਇਹ ਅਵਸਥਾ ਹੀ, ਇਸ ਅਵਸਥਾ ਦੇ ਵਿੱਚ ਜਿਹੜਾ ਤੁਹਾਡਾ ਜੀਵਨ ਹੈ ਉਹੀ ਦੱਸੇਗਾ ਕਿ ਤੁਸੀਂ ਜੀਵਨ ਨੂੰ ਚੱਜ ਨਾਲ ਸਮਝ ਕੇ ਜੀਵਿਆ ਜਾਂ ਨਹੀਂ। ਭਾਵ ਕਿ ਜੇ ਬੁਢਾਪੇ ਦੇ ਵਿੱਚ ਜਾ ਕੇ ਆਪਣੇ ਮਨ ਦੇ ਤਲ 'ਤੇ ਇਹ ਸਮਝਦੇ ਹੋ ਕਿ ਮੇਰਾ ਮਨ ਵਿਕਾਰਾਂ ਦੇ ਫੁਰਨਿਆਂ ਤੋਂ ਰਹਿਤ ਹੈ, ਦਵੈਸ਼ ਤੋਂ ਮੁਕਤੀ ਪਾ ਚੁੱਕਾ ਹਾਂ, ਜੀਵਨ ਦੀ ਬਾਹਰੀ ਕੋਈ ਲਾਲਸਾ ਨਹੀਂ ਹੈ, ਜੀਵਨ ਦੀ ਕੋਈ ਪਦਾਰਥਕ ਕਿਸਮ ਦੀ ਖਿੱਚ ਨਹੀਂ ਹੈ, ਭੌਤਿਕ ਕਿਸਮ ਦੇ ਆਕਰਸ਼ਣ ਵਿੱਚ ਨਹੀਂ ਫਸਿਆ ਹੋਇਆ ਹਾਂ, ਅਤੇ ਮੇਰਾ ਗਿਆਨ ਸ਼੍ਰੇਸ਼ਟ ਰੂਪ ਜਿਹੜਾ ਹੈ ਉਹ ਜ਼ਿਆਦਾ ਵੱਡਾ ਹੈ। ਕਹਿੰਦੇ ਜੇ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਤਾਂ ਫਿਰ ਜੀਵਨ ਦੀ ਬਾਜੀ ਨੂੰ ਜਿੱਤਿਆ ਜਾਣ ਵਾਲਾ ਸਮਝਣਾ ਚਾਹੀਦਾ, ਨਹੀਂ ਤਾਂ ਇਹ ਹਾਰ ਗਿਆ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕਿੱਤੀ ਜੋਬਨ ਪ੍ਰੀਤ ਬਿਨ। ਬੜੇ ਐਸੇ ਜੀਵਨ ਹਨ ਜਿਹੜੇ ਜੋਬਨ ਅਵਸਥਾਵਾਂ ਹਨ ਜਿਹੜੀਆਂ ਬਿਨਾਂ ਭਗਤੀ ਕਰਮ ਤੋਂ ਸ਼ਾਇਦ ਜਿਹੜੀਆਂ ਹਨ ਵਿਅਰਥ ਚਲੀਆਂ ਗਈਆਂ ਹਨ। ਇਸ ਕਰਕੇ ਭਗਤ ਸਾਹਿਬਾਨਾਂ ਨੇ ਇਹ ਵੀ ਅਰਜ਼ ਕੀਤਾ ਹੈ, ਬਹੁਤ ਜਨਮ ਵਿਸ਼ਵ ਥੇ ਵਾਧੋ। ਹੁਣ ਪ੍ਰੀਤ ਦਾ ਰੂਪ ਕੀ ਹੋਏਗਾ? ਕੁਦਰਤੀ ਜਾਣਨਾ ਚਾਹੇਗਾ ਕਿ ਪ੍ਰੀਤ ਦਾ ਰੂਪ ਕੀ ਹੋਏਗਾ। ਪ੍ਰੀਤ ਦਾ ਰੂਪ ਇਹ ਹੈ ਕਿ ਤੈਨੂੰ ਸ਼ਵੱਛ ਚੀਜ਼ ਮਿਲੀ ਹੈ। ਸ਼ਵੱਛ ਚੀਜ਼ ਦਾ ਮਤਲਬ ਕਿ ਬੁੱਧੀ, ਖਿਆਲ, ਸੁਰਤ ਅਤੇ ਯਾਦਾਸ਼ਤ, ਇਹ ਸਾਰੀਆਂ ਚੀਜ਼ਾਂ ਤੈਨੂੰ ਸ਼ਵੱਛ ਮਿਲੀਆਂ ਨੇ।
ਪਰ ਤੂੰ ਇਹਨਾਂ ਦਾ ਪ੍ਰਯੋਗ ਜੇ ਸ਼ਵੱਛ ਹੀ ਕਰੇਗਾ ਤਾਂ ਇਹ ਪ੍ਰੀਤ ਬਣੇਗੀ। ਭਾਵ ਕਿ ਨੇਤਰਾਂ ਨੂੰ ਦੇਖਣ ਦਾ, ਕੰਨਾਂ ਨੂੰ ਸੁਣਨ ਦਾ, ਚਮੜੀ ਨੂੰ ਸਪਰਸ਼ ਕਰਨ ਦਾ, ਬੋਲਣ ਦਾ, ਹਿਰਦੇ ਅੰਦਰ ਕਲਪਨਾ ਕਰਨ ਦਾ, ਜਿਤਨੇ ਵੀ ਤੈਨੂੰ ਤਾਣ ਮਾਲਕ ਨੇ ਦਿੱਤੇ ਨੇ, ਇਹ ਦਿੱਤੇ ਨੇ ਬੜੇ ਪਵਿੱਤਰ ਕਿਸਮ ਦੇ। ਅਤੇ ਜੇ ਇਹਨਾਂ ਪਵਿੱਤਰ ਕਿਸਮ ਦੇ ਤਾਣਾਂ ਦੇ ਨਾਲ ਪਵਿੱਤਰ ਹੀ ਕਰਮ ਕਰੇਗਾ ਤਾਂ ਤੇਰੀ ਜਿਹੜਾ ਜੋਬਨ ਸਾਰਥਕ ਅਤੇ ਤੇਰੀ ਪ੍ਰੀਤ ਬਣੇਗੀ। ਅਤੇ ਇਹ ਪ੍ਰੀਤ ਵਿੱਚ ਹੀ ਬਣ ਸਕਦਾ ਹੈ। ਹੁਣ ਜੇ ਬੰਦਾ ਵਕਾਰ ਕਰਦਾ ਤਾਂ ਉਹ ਵੀ ਇੱਕ ਕਿਸ ਤਰ੍ਹਾਂ ਦੀ ਖਿੱਚ ਵਿੱਚ ਹੀ ਕਰਦਾ ਹੈ, ਚਾਹੇ ਉਹ ਇਸਤਰੀ ਦੇ ਤਲ 'ਤੇ ਹੋਣ, ਚਾਹੇ ਪਦਾਰਥਾਂ ਦੇ ਲੋਭ ਦੇ ਤਲ 'ਤੇ ਹੋਵੇ, ਚਾਹੇ ਕ੍ਰੋਧ ਦੇ ਤਲ 'ਤੇ ਹੋਵੇ, ਕਿ ਇੱਕ ਖਿੱਚ ਹੁੰਦੀ ਹੈ ਉਹਨੂੰ ਉਹਦੇ ਪ੍ਰਤੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿੱਤੀ ਜੋਬਨ ਪ੍ਰੀਤ ਬਿਨ, ਜੋਬਨ ਦਾ ਸਾਰਾ ਪ੍ਰਵੈਣ ਵਹਿ ਜਾਂਦਾ ਹੈ। ਸੁੱਕ ਗਏ ਕੁਮਲਾਏ, ਕਹਿੰਦੇ ਇਹ ਜਿਹੜੇ ਜੀਵਨ ਹੁਣ ਕੁਦਰਤੀ ਹੈ। ਅਸੀਂ ਕਦੇ ਇੱਕ ਫੁੱਲ ਦੇ ਜੀਵਨ ਨੂੰ ਵਾਚੀਏ। ਗੁਲਾਬ ਦਾ ਫੁੱਲ ਖਿੜਦਾ, ਕਲੀ ਹੁੰਦਾ, ਕਲੀ ਤੱਕ ਆਇਆ ਹੈ ਗੁਲਾਬ ਦਾ ਫੁੱਲ। ਕਲੀ ਦਾ ਭਾਵ ਅਜੇ ਜੋ ਉਹਦਾ ਪੂਰਾ ਖਿੜਾਵ ਨਹੀਂ ਹੋਇਆ, ਉਹਦੀ ਕਲੀ ਦਾ ਵੀ ਇੱਕ ਆਪਣਾ ਪ੍ਰਭਾਵ ਹੈ। ਜੇ ਉਦਾਹਰਨ ਦੇ ਤੌਰ 'ਤੇ ਜਿਨ੍ਹਾਂ ਨੇ ਗੁਲਾਬ ਦੇ ਬੁੱਕਿਆਂ ਦਾ ਵੱਡਾ ਸੰਸਾਰ ਦੇਖਿਆ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਕਿ ਜਿਹੜੇ ਗੁਲਾਬ ਦੇ ਬੁੱਕੇ ਤਿਆਰ ਕੀਤੇ ਜਾਂਦੇ ਹਨ, ਉਹਨਾਂ ਦੇ ਵਿੱਚ ਅਗਰ 15 ਗੁਲਾਬ ਖਿੜਾਅ ਵਾਲੇ ਨੇ ਅਤੇ ਉਹਨਾਂ ਦੇ ਵਿੱਚ 10 ਕਲੀਆਂ ਪਾਈਆਂ ਜਾਂਦੀਆਂ ਨੇ, ਤਾਂ ਕਿ ਪੂਰੀ ਨੈਚੁਰਲ ਲੁੱਕ ਦੇ ਸਕਣ। ਇਸ ਤਰ੍ਹਾਂ ਦਾ ਕਾਰੋਬਾਰ ਚੱਲਦਾ ਹੈ। ਉਹਦਾ ਕਲੀ ਤੱਕ ਦਾ ਜੀਵਨ ਵੀ ਕੰਪਲੀਟ ਹੈ। ਜਦੋਂ ਉਹਦਾ ਕੇਵਲ ਉੱਪਰਲਾ ਹਿੱਸਾ ਥੋੜ੍ਹਾ ਜਿਹਾ ਫੁੱਟਿਆ ਅਤੇ ਅੰਦਰੋਂ ਉਹਦੀ ਗੁਲਾਬੀ ਜਿਹੜਾ ਵੀ ਰੰਗ ਹੈ ਉਹ ਦਿਖਣਾ ਸ਼ੁਰੂ ਹੋਇਆ, ਉਹਨੂੰ ਵੀ ਕੰਪਲੀਟ ਮੰਨਦੇ ਨੇ। ਜਦੋਂ ਉਹਦਾ ਫੈਲਾਅ ਹੋ ਗਿਆ, ਉਦੋਂ ਉਹਦੀ ਸੁੰਦਰਤਾ, ਉਹਦੀ ਮਹਿਕ ਪੂਰੀ ਉਗੜ ਆਈ, ਉਦੋਂ ਵੀ ਉਹਨੂੰ ਸੰਪੂਰਨ ਮੰਨਦੇ ਨੇ। ਅਤੇ ਹੈਰਾਨਗੀ ਦੀ ਨੁਕਤਾ ਇੱਥੋਂ ਹੈ ਕਿ ਜਦੋਂ ਉਹ ਸੁੱਕ ਸੜ ਗਿਆ, ਕੁਦਰਤੀ ਹੈ, ਆਯੁਰਵੇਦ ਦੀਆਂ ਬੜੀਆਂ ਔਸ਼ਧੀਆਂ ਦੇ ਵਿੱਚ ਸੁੱਕਾ ਗੁਲਾਬ ਪੈਂਦਾ ਜਾਂ ਸੁਕਾ ਕੇ ਪਾਇਆ ਜਾਂਦਾ, ਕੁਦਰਤੀ। ਉਸ ਤੋਂ ਅੱਗੇ ਵੀ ਚਲੇ ਜਾਓ, ਹੁਣ ਤਾਂ ਇੱਥੋਂ ਤੱਕ ਆ ਗਿਆ ਹੈ ਕਿ ਗੁਲਾਬ ਦੇ ਪੌਦੇ ਦੀ ਜਿਹੜੀਆਂ ਟਾਹਣੀਆਂ ਹਨ, ਉਹਦੇ ਵਿੱਚੋਂ ਇੱਕ ਖਾਸ ਕਿਸਮ ਦਾ ਅਰਕ ਕੱਢਿਆ ਜਾਂਦਾ। ਜੀਵਨ ਦੇ ਵਿੱਚ ਇੱਕ ਬਨਸਪਤੀ ਵਿਚਲਾ ਪੌਦਾ ਹੈ, ਉਹ ਜੀਵਨ ਦੀ ਹਰ ਅਵਸਥਾ ਦੇ ਵਿੱਚ ਧਰਤੀ ਦੇ ਲਈ ਵਰਦਾਨ ਹੈ। ਮਨੁੱਖ ਦਾ ਨਾ ਜੋਬਨ ਧਰਤੀ ਦੇ ਲਈ ਵਰਦਾਨ ਹੈ, ਨਾ ਜਵਾਨੀ ਵਰਦਾਨ ਹੈ, ਅਤੇ ਬੁਢਾਪਾ ਤਾਂ ਹੈ ਹੀ ਚਿੰਤਾਵਾਂ ਦਾ ਕਰਤਾ। ਬਾਬਾ ਫਰੀਦ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ ਨਾ, ਸੁੱਕ ਗਏ ਕੁਮਲਾਏ, ਉਹਨਾਂ ਨੇ ਕੋਈ ਸਰਲ ਅਰਥਾਂ ਵਿੱਚ ਨਹੀਂ ਵਰਤਿਆ। ਉਹਨਾਂ ਨੇ ਕਿਹਾ ਕਿ ਸੁੱਕ ਗਏ ਕੁਮਲਾਏ, ਇੱਕ ਗੁਲਾਬ ਦਾ ਸੁੱਕਿਆ ਹੋਇਆ ਜੀਵਨ ਫਿਰ ਇੱਕ ਵੱਡੀ ਚੀਜ਼ ਨੂੰ ਜਨਮ ਦੇ ਰਿਹਾ ਹੈ। ਅਤੇ ਇਹਦੀ ਜੋਬਨ ਅਵਸਥਾ, ਜਿਹਦੇ ਵਿੱਚ ਭਗਤੀ ਦੀ ਮਹਿਕ ਉੱਠਣੀ ਸੀ, ਜਿਹਦੇ ਵਿੱਚ ਇਹਦੇ ਜੀਵਨ ਦੇ ਵਿੱਚ ਸ਼ੁਭ ਗੁਣਾਂ ਦੀ ਸੁੰਦਰਤਾ ਬਣਨੀ ਸੀ, ਉਹ ਨਹੀਂ ਕਮਾਈ। ਅਤੇ ਫਿਰ ਕੁਦਰਤੀ ਹੈ। ਹੁਣ ਕੁਦਰਤੀ ਹੈ, ਇਹਦੇ ਵਿਚਲੀ ਇੱਕ ਕੁਮਲਾਏ ਦੇ ਵਿੱਚੋਂ ਇੱਕ ਨੁਕਤਾ ਹੋਰ ਸਮਝ ਆਉਂਦਾ। ਹੁਣ ਕੁਦਰਤੀ ਹੈ, ਗੁਲਾਬ ਆਪਣੇ ਜੀਵਨ ਦੇ ਬੜੇ ਦਿਨ ਆਪਣੀ ਟਾਹਣੀ ਨਾਲ ਜੁੜ ਕੇ ਮਾਣ ਸਕਦਾ ਹੈ। ਬੜੇ ਦਿਨ ਹੁਣ ਕੁਦਰਤੀ ਗੁਲਾਬ ਨਾ ਤੋੜੀਏ, ਉਹ ਮਹੀਨਾ 2 ਮਹੀਨਾ ਜਾਂ 10-15 ਦਿਨ ਤਾਂ ਰਹੇਗਾ ਹੀ ਟਾਹਣੀ ਦੇ ਉੱਪਰ ਜਿਹੜਾ ਖਿੜਿਆ ਹੋਇਆ, ਪਰ ਮਾਲੀ ਉਹਨੂੰ ਚੁਣ ਲੈਂਦਾ, ਕੱਟ ਲੈਂਦਾ। ਹੁਣ ਉਹਦਾ ਕੱਟਣ ਤੋਂ ਬਾਅਦ ਮੁਰਝਾਉਣਾ ਹੋਵੇਗਾ ਹੀ ਹੋਵੇਗਾ, ਉਹਨੂੰ ਜੋਬਨ ਅਵਸਥਾ ਵਿੱਚ ਕੱਟ ਲੈਂਦਾ ਹੈ। ਮਤਲਬ ਜਿੱਦਣ ਹੀ ਉਹ ਪਤਾ ਹੈ ਕਿ ਖਿੜਨ ਵਾਲਾ ਹੈ ਜਾਂ ਖਿੜ ਗਿਆ, ਥੋੜ੍ਹਾ ਜਿਹਾ ਹੋਰ ਰਹਿੰਦਾ ਖਿੜਨ 'ਚ, ਉਹਨੂੰ ਕੱਟ ਲੈਂਦਾ, ਕਿਸੇ ਫੁੱਲ 'ਚ ਕਿਸੇ ਬੁੱਕੇ 'ਚ ਪਰੋ ਲੈਂਦਾ। ਜਿੱਦਣ ਕੱਟਿਆ ਗਿਆ ਉਦਣ ਮੁਰਝਾਏਗਾ। ਪਰ ਇੰਨਾ ਤਾਂ ਹੈ ਨਾ ਕਿ ਮੁਰਝਾਉਣ ਤੋਂ ਪਹਿਲਾਂ ਗੁਲਾਬ ਜਿਸ ਜਗ੍ਹਾ ਵੀ ਰੱਖਿਆ ਜਾਏਗਾ, ਉਸ ਜਗ੍ਹਾ ਦੀ ਸੁੰਦਰਤਾ ਵਧਾ ਦੇਵੇਗਾ, ਉਸ ਜਗ੍ਹਾ ਦੀ ਸੁੰਦਰਤਾ ਵਧਾ ਦੇਵੇਗਾ। ਭਾਵੇਂ ਉੱਥੇ ਜਾ ਕੇ ਅਗਲੇ ਦਿਨ ਹੀ ਮੁਰਝਾ ਜਾਵੇ, ਪਰ ਸੁੰਦਰਤਾ ਦਾ ਵਧਾਏਗਾ। ਇਸੇ ਤਰ੍ਹਾਂ ਜੋਬਨ ਅਵਸਥਾ ਮੁਰਝਾ ਤਾਂ ਜਾਏਗੀ, ਘਟ ਤਾਂ ਜਾਏਗੀ, ਖਤਮ ਤਾਂ ਹੋ ਜਾਏਗੀ, ਪਰ ਜੇ ਇਹਨੂੰ ਠੀਕ ਤਰਫ ਮੁਰਸ਼ਦ ਦੇ ਚਰਨਾਂ ਦੀ ਪ੍ਰੀਤ ਦੇ ਨਾਲ ਲਗਾ ਦਿੱਤਾ ਜਾਵੇ ਅਤੇ ਇਹ ਸੁਹਾਵਣੀ ਹੋ ਜਾਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਬੜੇ ਐਸੇ ਜੀਵਨ ਦੇਖੇ ਹਨ ਜਿਹੜੇ ਇਸ ਤਰ੍ਹਾਂ ਹੀ ਵਿਅਰਥ ਚਲੇ ਗਏ ਹਨ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਵ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਪਹਿਲੇ ਸ਼ਲੋਕ ਦੇ ਵਿੱਚ ਉਸ ਜਗਿਆਸੂ ਦਾ ਜ਼ਿਕਰ ਕੀਤਾ ਹੈ ਜਿਹੜਾ ਇਕੱਲੀ ਚਿੰਤਾ ਕਰ ਰਿਹਾ ਹੈ ਪਰ ਰੱਬੀ ਮਾਰਗ 'ਤੇ ਚੱਲ ਨਹੀਂ ਰਿਹਾ। ਹੁਣ ਉੱਥੇ ਉਸ ਸਾਧਕ ਦਾ ਜ਼ਿਕਰ ਕਰ ਰਹੇ ਹਨ ਕਿ ਜਿਹੜਾ ਰੱਬੀ ਮਾਰਗ 'ਤੇ ਚੱਲ ਗਿਆ ਹੈ ਅਤੇ ਉਹਦਾ ਹੁਣ ਜੀਵਨ ਕਿਵੇਂ ਦਾ ਹੈ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਚਿੰਤ ਖਟੋਲਾ, ਭਾਵ ਕਿ ਜਿਹੜੀ ਸਾਡੀ ਮੰਜੀ ਹੈ, ਮੰਜਾ ਹੈ, ਇਹ ਹੁਣ ਚਿੰਤਾ ਵਾਲਾ ਬਣ ਗਿਆ। ਕਹਿੰਦੇ ਜਿਹੜਾ ਇਹਦਾ ਵਾਣ ਹੈ, ਜੋ ਨਿਵਾਰ ਆਦਿਕ ਹੈ, ਜਿਹਦੇ ਨਾਲ ਇਸ ਮੰਜੇ ਨੂੰ ਉਣਿਆ ਹੈ,
ਉਹ ਦੁੱਖਾਂ ਵਰਗੀ ਹੈ। ਬਿਰਹੇ ਵਿਛਾਵਣ ਲੇਫ, ਤੇ ਕਹਿੰਦੇ ਜਿਹੜਾ ਵਿਛਾਉਣਾ ਹੈ ਉਹ ਜਿਹੜਾ ਭਾਵ ਥੱਲੇ ਤਲਾਈ ਆਦਿਕ ਵਿਛਾਈ ਦੀ ਹੈ, ਕਹਿੰਦੇ ਉਹ ਵਿਛੋੜੇ ਵਾਲੀ ਹੈ। ਲੇਫ ਦਾ ਉੱਪਰ ਰਜਾਈ ਉਹ ਵੀ ਵਿਛੋੜੇ ਵਾਲੀ ਹੈ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸ਼ਲੋਕ ਠੀਕ ਹੈ ਕਿ ਬੜੀ ਬਾਣੀ ਉਪਦੇਸ਼ ਹੁੰਦੀ ਹੈ, ਬਾਣੀ ਦਾ ਬਹੁਤ ਹਿੱਸਾ ਉਪਦੇਸ਼ ਵਾਲਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਇੰਜ ਕਰੋ ਇੰਜ ਨਾ ਕਰੋ, ਪਰ ਇਸ ਤਰ੍ਹਾਂ ਦੇ ਸ਼ਲੋਕ ਉਪਦੇਸ਼ ਨਹੀਂ ਹਨ। ਇਹ ਬਾਬਾ ਫਰੀਦ ਸਾਹਿਬ ਜੀ ਨੇ ਸਪਸ਼ਟ ਸੰਬੋਧਿਤ ਕੀਤਾ, ਤੂੰ ਸਾਹਿਬ ਸੱਚੇ ਵੇਖ। ਹੁਣ ਦੁਨੀਆ ਦੇ ਤਲ 'ਤੇ ਬੰਦਾ ਮਰੀਜ਼ ਬਣ ਗਿਆ ਰੋਗ ਕਰਕੇ, ਤਾਂ ਉਹ ਆਪਣੇ ਪਰਿਵਾਰ ਵੱਲ ਦੇਖੇਗਾ, ਪਰਿਵਾਰ ਅੱਗੇ ਡਾਕਟਰ ਵੱਲ ਦੇਖੇਗਾ। ਹੁਣ ਜਿਹੜੇ ਅਧਿਆਤਮਿਕ ਮਾਰਗ 'ਤੇ ਚੱਲਦਿਆਂ ਜਦੋਂ ਬੰਦਾ ਆਪਣੇ ਜੀਵਨ ਨੂੰ ਸਵਾਰਨ ਦੀ ਰਾਹ ਵਿੱਚ ਪੈਂਦਾ ਹੈ, ਉਦੋਂ ਜਿਹੜਾ ਉਹਦਾ ਜੀਵਨ ਬਣਦਾ ਹੈ, ਉਹ ਜੀਵਨ ਦੀ ਜੋ ਹਾਲਤ ਹੈ ਉਹ ਉਸ ਅਕਾਲ ਪੁਰਖ ਦੇ ਨਾਲ ਹੀ ਸਾਂਝੀ ਕਰ ਸਕਦਾ ਅਤੇ ਉਹੀ ਬੁੱਝ ਸਕਦਾ। ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਮੌਨ ਰਹੇ। ਭੋਜਨ ਦੇ ਪ੍ਰਤੀ, ਖਾਣ ਪੀਣ ਪਹਿਨਣ ਖੇਡਣ ਦੇ ਪ੍ਰਤੀ ਜਰਾ ਜਿੰਨੀ ਰੁਚੀ ਨਾ ਵਿਖਾਈ। ਪਰਿਵਾਰ ਦੇ ਸੰਗ ਬੈਠੇ ਵੀ ਨਾ, ਕੇਵਲ ਆਪਣੀ ਕਿਸੇ ਮਸਤੀ ਦੇ ਵਿੱਚ ਸਾਰਾ ਦਿਨ ਚਾਦਰ ਤਾਣ ਕੇ ਲੇਟੇ ਰਹਿਣ। ਪਰਿਵਾਰ ਦੇ ਵਿੱਚ ਚਿੰਤਾ ਪੈਦਾ ਹੋਈ, ਵੈਦ ਨੂੰ ਬੁਲਾਇਆ ਗਿਆ ਅਤੇ ਵੈਦ ਕਹਿਣ ਲੱਗਾ ਬਾਹਾਂ ਬਾਹਰ ਕੱਢੋ, ਨਬਜ਼ ਦੇਖਾਂ, ਨਬਜ਼ ਤੋਂ ਪਤਾ ਲੱਗੇਗਾ ਸਰੀਰ ਦੀਆਂ ਕਿਰਿਆਵਾਂ ਠੀਕ ਚੱਲ ਰਹੀਆਂ ਕਿ ਨਹੀਂ। ਤਾਂ ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਬਾਹਰ ਕੱਢ ਕੇ ਪਕੜਾਈ ਨਾ, ਬਾਅਦ ਦੇ ਵਿੱਚ ਵੈਦ ਨੇ ਕਿਹਾ ਕਿ ਯਤਨ ਕਰੋ, ਮੈਂ ਆਪਣੀ ਹਿਕਮਤ ਦੇ ਵਿਦਿਆ ਦੇ ਨਾਲ ਤੁਹਾਡਾ ਰੋਗ ਜਾਂਚਾਂਗਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਫਾ ਬਾਂਹ ਆਪਣੀ ਨਬਜ਼ ਦੇਖਣ ਦੇ ਲਈ ਪਕੜਾ ਦਿੱਤੀ ਅਤੇ ਨਾਲ ਹੀ ਆਖਿਆ ਕਿ ਉਹਦੇ ਵਿੱਚ ਜ਼ਿਕਰ ਆਉਂਦਾ ਨਾ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਤਰ ਖਰੋਗ ਲਦੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਤਾਂ ਉਹਦੇ ਵਿੱਚ ਜ਼ਿਕਰ ਜਾਉਂਦਾ ਹੈ, ਭੋਲਾ ਵੈਦ ਨਾ ਜਾਣੀ ਪਕੜ ਟੰਡੋਲੇ ਬਾਹਾਂ, ਕਿ ਉਹ ਕਰਕ ਕਲੇਜੇ ਮਾਹੇ, ਕਿ ਪੀੜ ਹਿਰਦੇ ਵਿੱਚ ਹੈ ਅਤੇ ਹਿਰਦੇ ਦੀ ਪੀੜ ਦਾ ਪ੍ਰਭਾਵ ਸਰੀਰ ਤੋਂ ਪਤਾ ਨਹੀਂ ਲੱਗਣਾ। ਇਸ ਕਰਕੇ ਆਖਦੇ ਹਨ ਕਿ ਤੂੰ ਭੋਲਾ ਹੈ। ਜਿਹੜੀ ਮੇਰੇ ਜੀਵਨ ਦੀ ਮਰਜ਼ ਹੈ ਉਹ ਤਾਂ ਸਪਸ਼ਟ ਦਿਖ ਰਹੀ ਹੈ, ਪਰ ਤੇਰੀ ਵਿਦਿਆ ਇੰਨੀ ਹੀਣੀ ਹੈ ਕਿ ਤੂੰ ਨਬਜ਼ ਦੇ ਵਿੱਚੋਂ ਉਹਨੂੰ ਲੱਭਣਾ ਚਾਹੁੰਦਾ ਹੈ। ਹੁਣ ਉਹ ਕੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਕਿ ਨਬਜ਼ ਵਿੱਚੋਂ ਨਹੀਂ ਲੱਭੇਗੀ, ਉਹ ਉਹੀ ਹੈ। ਹੁਣ ਕੁਦਰਤੀ ਹੈ, ਬੰਦੇ ਦਾ ਸਰੀਰ ਬੁਖਾਰ ਦੇ ਵਿੱਚ ਹੈ, ਉਹਨੂੰ ਛੋਹ ਕੇ ਪਤਾ ਲੱਗ ਸਕਦਾ ਕਿ ਇਹਨੂੰ ਤਾਪ ਚੜ੍ਹ ਰਿਹਾ। ਹੁਣ ਜੇ ਬੰਦੇ ਨੂੰ ਵਿਕਾਰਾਂ ਦੇ ਵਿੱਚ ਤਾਪ ਚੜ੍ਹਿਆ ਹੋਇਆ ਅਤੇ ਉਹ ਬੰਦਾ ਘਬਰਾਹਟ ਦੇ ਵਿੱਚ ਹੈ, ਕਿਹੜੀ ਮੈਡੀਕਲ ਸਾਇੰਸ ਇਹਦਾ ਪ੍ਰੀਖਣ ਕਰੇਗੀ। ਕੋਈ ਬੰਦਾ ਆਪਣੇ ਵਿਕਾਰਾਂ ਦੀ ਗਰਮੀ ਤੋਂ ਦੁਖੀ ਹੈ, ਭਾਵ ਕਿ ਉਹਨੂੰ ਅੰਦਰ ਕ੍ਰੋਧ ਦੀ, ਹੰਕਾਰ ਦੀ, ਕਾਮ ਦੀ ਅੱਗ ਲੱਗੀ ਹੋਈ ਹੈ, ਉਹ ਚਾਹੁੰਦਾ ਕਿ ਸ਼ਾਂਤ ਹੋ ਜਾਵੇ। ਉਸ ਅੱਗ ਦੇ ਨਾਲ ਜਿਹੜਾ ਉਹਨੂੰ ਸੇਕ ਚੜ੍ਹਦਾ, ਉਹਦੇ ਕਰਕੇ ਉਹ ਜਿਹੜੀ ਉਹਦੇ ਅੰਦਰ ਤਪਸ਼ ਬਣ ਰਹੀ ਹੈ, ਉਹਨੂੰ ਮਾਪਣ ਦਾ, ਜਾਂਚਣ ਦਾ ਪੈਮਾਨਾ ਕੀ ਹੈ, ਮੌਜੂਦ ਨਹੀਂ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਹੜੇ ਅਧਿਆਤਮਿਕ ਮਾਰਗ 'ਤੇ ਚੱਲਦੇ ਨੇ, ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਅਧਿਆਤਮਿਕ ਚਿੰਤਾਵਾਂ ਜਾਂ ਅਧਿਆਤਮਿਕ ਅੰਦਰਲੀਆਂ ਉਹਨਾਂ ਦੇ ਦਰਦ ਹੁੰਦੇ ਨੇ, ਉਹ ਦੁਨੀਆ ਦੇ ਨਾਲ ਸਾਂਝੇ ਵੀ ਨਹੀਂ ਕਰ ਸਕਦੇ। ਜੇ ਪਹਿਲੀ ਗੱਲ ਉਹੋ ਜਿਹੀ ਭਾਸ਼ਾ ਹੀ ਨਹੀਂ ਬਣੀ, ਉਹੋ ਜਿਹੀ ਭਾਸ਼ਾ ਨਹੀਂ ਬਣੀ ਕਿ ਕਿਸੇ ਨਾਲ ਸਾਂਝਾ ਕਰ ਸਕਣ। ਅਤੇ ਜੇ ਭਾਸ਼ਾ ਦੇ ਵਿੱਚ ਵਿਅਕਤ ਕਰਨਾ ਚਾਹੁਣ ਤਾਂ ਸੰਸਾਰ ਇੰਨਾ ਜਾਹਲ ਹੈ ਕਿ ਉਹਨਾਂ ਦੀ ਭਾਸ਼ਾ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਦੁਨੀਆ ਦੇ, ਤਾਂ ਕਰਕੇ ਬਾਣੀ ਵਿੱਚ ਆਉਂਦਾ, ਭਗਤਾਂ ਤੈ ਸਹਿਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਤੁਹਾਨੂੰ ਉੱਥੇ ਦੇਖਣਗੇ, ਉਹ ਆਪਣੇ ਕਿਸੇ ਉੱਚੇ ਦਰਦ ਦੀ ਬਾਤ ਸੁਣਾਉਣ ਲਈ ਕਦੇ ਰਾਜ਼ੀ ਹੁੰਦਾ ਹੈ, ਉਹਨੂੰ ਛੋਟੇ ਛੋਟੇ ਦ੍ਰਿਸ਼ਟੀਕੋਣਾਂ 'ਚ ਦੇਖਣਗੇ, ਕੁਦਰਤੀ ਨਹੀਂ ਦੇਖਣਗੇ ਕਿ ਕਿੰਨੇ ਜੀਵਨ ਦੀ ਪੀੜ ਵਿੱਚੋਂ ਗੁਜ਼ਰ ਰਿਹਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਬੜੇ ਸੂਖਮ ਸੰਕੇਤ ਕੀਤੇ ਹਨ। ਚਿੰਤ, ਕਹਿੰਦੇ ਚਿੰਤ ਖਟੋਲਾ। ਹੁਣ ਮਨੁੱਖ ਪੁੱਛੇਗਾ, ਜਾਣਨਾ ਚਾਹੇਗਾ ਕਿ ਫਿਰ ਭਗਤੀ ਮਾਰਗ ਤਾਂ ਫਿਰ ਕੋਈ ਬਹੁਤੀ ਵੱਡੀ ਗੱਲ ਤਾਂ ਹੋਈ ਨਾ, ਕਿ ਜੇ ਬੰਦੇ ਨੂੰ ਚਿੰਤਾ ਦੁੱਖ ਹੀ ਲੱਗੇ ਰਹਿਣੇ ਨੇ। ਇਹਦੋਂ ਨੂੰ ਚੰਗਾ ਤਾਂ ਸੰਸਾਰੀ ਰਹੋ, ਵਿਕਾਰਾਂ ਵਿੱਚ ਰਹੋ, ਮਾਇਆ ਵਿੱਚ ਰਹੋ, ਪਰਿਵਾਰ ਵਿੱਚ ਰਹੋ, ਤਾਂ ਕਿ ਬੰਦਾ ਹੱਸਦਾ ਖੇਡਦਾ ਤਾਂ ਰਹਿੰਦਾ ਹੈ। ਪਰ ਇਹ ਹੱਸਣਾ ਖੇਡਣਾ ਜੀਵਨ ਦੀਆਂ ਸੰਧਿਆ ਦੇ ਵੇਲੇ ਉਦਾਸੀ ਬਣ ਜਾਏਗਾ। ਸੰਸਾਰਿਕ ਕਿਸਮ ਦਾ ਹੱਸਣਾ ਖੇਡਣਾ ਜਦੋਂ ਜੀਵਨ ਦੀ ਸੰਧਿਆ ਹੋਈ, ਉਦੋਂ ਉਦਾਸੀ ਬਣ ਜਾਏਗਾ। ਜਿਹੜਾ ਅਧਿਆਤਮਿਕ ਜਗਤ ਦੇ ਵਿੱਚ ਉਦਾਸੀ ਹੈ, ਜਦੋਂ ਜੀਵਨ ਦੀਆਂ ਸ਼ਾਮਾਂ ਹੋਈਆਂ, ਇਹ ਜੀਵਨ ਦਾ ਇੱਕ ਚਾਹ ਬਣ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਉਹ ਇਸ ਤਰ੍ਹਾਂ ਜ਼ਿਕਰ ਕਰਦੇ ਹਨ
ਕਿ ਅਸੀਂ ਆਪਣੇ ਜੀਵਨ ਦੇ ਵਿੱਚ ਸੰਤ ਮੋਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਇਸ ਤਰ੍ਹਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਿੰਤ, ਹੁਣ ਚਿੰਤ ਖਟੋਲਾ ਕੀ ਹੈ? ਭਾਵ ਕਿ ਚਿੰਤ ਦਾ ਭਾਵ ਇਹ ਹੈ ਕਿ ਸਭ ਤੋਂ ਅਮੁੱਲਕ ਮੈਨੂੰ ਮਿਲਿਆ ਹੋਇਆ ਜੀਵਨ, ਕਾਇਆ ਪ੍ਰਾਣ, ਇਹ ਦੋ ਚੀਜ਼ਾਂ ਬੜੀਆਂ ਅਮੋਲਕ ਨੇ। ਉਸ ਤੋਂ ਅੱਗੇ ਮਨ, ਬੁੱਧ, ਚਿੱਤ, ਸੁਰਤ, ਇਹ ਬੜੇ ਅਮੋਲਕ ਨੇ। ਉਸ ਤੋਂ ਬਾਅਦ ਸ੍ਰਿਸ਼ਟੀ ਦਾ ਮਿਲਿਆ ਹੋਇਆ ਰਿਜ਼ਕ, ਇਹ ਵੀ ਬੜਾ ਅਮੋਲਕ ਹੈ। ਇਹ ਸਾਰਾ ਕੁਝ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅਮੋਲਕ ਹੈ, ਪਰ ਇਸ ਅਮੋਲਕ ਦਾ ਮੈਂ ਪੂਰੇ ਦਾ ਪੂਰਾ ਪ੍ਰਯੋਗ ਨਹੀਂ ਕਰ ਪਾ ਰਿਹਾ, ਇਹ ਮੇਰੀ ਚਿੰਤ ਹੈ। ਮਤਲਬ ਮੇਰੀ ਕਲਪਨਾ ਜਿਹੜੀ ਹੈ, ਮੇਰੇ ਮਨ ਹੈ, ਮੇਰੀ ਯਾਦਾਸ਼ਤ ਹੈ, ਮੇਰੇ ਬੋਲਣ ਦਾ ਤਾਣ, ਸਮਝਣ ਦਾ ਤਾਣ, ਬੜਾ ਕੁਝ ਕਰ ਸਕਦਾ ਹੈ, ਪਰ ਮੇਰੀ ਚਿੰਤਾ ਇਹ ਪੂਰੇ ਦਾ ਪੂਰਾ ਪ੍ਰਭੂ ਵੱਲ ਨਹੀਂ ਲੱਗ ਰਿਹਾ। ਚਿੰਤ ਹੈ। ਪ੍ਰਾਣ ਬੜੇ ਕੀਮਤੀ ਮਿਲ ਰਹੇ ਹਨ, ਪਰ ਮੇਰੇ ਸਾਰੇ ਪ੍ਰਾਣ ਬੰਦਗੀ ਦੇ ਵਿੱਚ ਨਹੀਂ ਨਿਕਲ ਰਹੇ, ਇਹ ਚਿੰਤ ਹੈ ਮੇਰੇ ਪਾਸ। ਮੇਰੇ ਜੀਵਨ ਦੇ ਵਿੱਚ ਮੈਨੂੰ ਸਪਸ਼ਟ ਦਿਸਦਾ ਹੈ ਕਿ ਮੇਰਾ ਜੀਵਨ ਮਾਲਕ ਦੀ ਜੋਤ ਦੇ ਆਸਰੇ ਖੜਾ ਹੈ, ਪਰ ਫਿਰ ਵੀ ਆਪਣੇ ਜੀਵਨ ਨੂੰ ਹੋਰ ਆਧਾਰਾਂ ਦੇ ਬਾਰੇ ਮੰਨੀ ਜਾ ਰਿਹਾ ਹਾਂ। ਕਹਿੰਦੇ ਇਹ ਮੇਰੀ ਚਿੰਤ ਹੈ। ਇਹ ਪਹਿਲਾ ਭਾਵ। ਦੂਜੀ ਚਿੰਤ ਦਾ ਭਾਵ ਇਹ ਹੈ ਕਿ ਭਾਵੇਂ ਜੀਵਨ ਦੇ ਵਿੱਚ ਬੜੀ ਬੰਦਗੀ ਕਰ ਲਈ ਹੈ, ਪਰ ਜਿਉਂ-ਜਿਉਂ ਚੇਤਨਾ ਦਾ ਪ੍ਰਕਾਸ਼ ਹੁੰਦਾ ਜਾ ਰਿਹਾ, ਚੇਤਨਾ ਦਾ ਭਾਵ ਕਿ ਆਪਣੇ ਆਦਿ ਸਰੂਪ ਦੀ ਸੋਝੀ ਹੋ ਜਾ ਰਹੀ ਹੈ। ਆਦਿ ਸਰੂਪ ਦਾ ਮਤਲਬ ਹੁੰਦਾ ਅਸੀਂ ਪਹਿਲੀ ਵਾਰੀ ਕਦੋਂ ਜੰਮੇ ਸਾਂ। ਇਹ ਤਾਂ ਸਾਨੂੰ ਮਨੁੱਖ ਦੇ ਰੂਪ 'ਚ ਹੁਣ ਪਤਾ ਨਾ ਕਿ ਕੋਈ 1950 'ਚ ਜੰਮਿਆ ਅਤੇ ਕੋਈ 60 'ਚ। ਜਦੋਂ ਜਦੋਂ ਬੰਦਾ ਸਿਮਰਨ ਦੀ ਚੇਤਨਾ ਦੇ ਵਿੱਚ ਗਹਿਰਾ ਚਲਿਆ ਜਾਂਦਾ ਹੈ, ਜਿਹਨੂੰ ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਆਖਦੇ ਹਾਂ, ਕੋਈ ਸਧਾਰਨ ਗੱਲਾਂ ਨਹੀਂ ਹਨ। ਜੀਵਨ ਦੇ ਵਿੱਚ ਕਦੇ ਇੱਕ ਸਬੱਬ ਬਣਿਆ ਤਾਂ ਐਸੀਆਂ ਸ਼ਖਸੀਅਤਾਂ ਦੇ ਨਾਲ ਮਿਲਾਪ ਕਰਵਾ ਦਿਆਂਗਾ ਕਿ ਬੁੱਧੀ ਚਕਿਤ ਰਹਿ ਜਾਏਗੀ। ਜਦੋਂ ਜਦੋਂ ਬੰਦਾ ਸਿਮਰਨ ਦੇ ਵਿੱਚ ਉਹਦੀ ਚੇਤਨਾ ਦਾ ਪ੍ਰਕਾਸ਼ ਹੁੰਦਾ ਹੈ, ਉਹਨੂੰ ਆਪਣੇ ਆਦਿ ਸਰੂਪ ਦੀ ਸੋਝੀ ਹੁੰਦੀ ਹੈ। ਬਾਣੀ ਜਿਹੜਾ ਵਾਕ ਹੈ ਨਾ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਉਹ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਹਨ। ਉਹ ਜਦੋਂ ਚੇਤਨਾ ਦਾ ਪ੍ਰਕਾਸ਼ ਖੁੱਲ੍ਹਦਾ, ਜਦੋਂ ਆਦਿ ਸਰੂਪ ਦੀ ਸੋਝੀ ਹੁੰਦੀ ਹੈ, ਉਂਝ ਬੜੀ ਬੰਦਗੀ ਕਰ ਲਈ ਹੈ, ਪਰ ਜਦੋਂ ਸਿਮਰਨ ਦੇ ਨਾਲ ਆਪਣੇ ਆਦਿ ਸਰੂਪ ਦੀ ਸੋਝੀ ਹੁੰਦੀ ਹੈ, ਫਿਰ ਜਿੰਨੇ ਦੇਹਾਂ ਦੇ ਜਾਮੇ ਧਾਰ ਕੇ ਧਰਤੀ 'ਤੇ ਪਾਪ ਕਮਾਇਆ ਹੈ, ਹੁਣ ਜਦੋਂ ਬਾਬਾ ਫਰੀਦ ਸਾਹਿਬ ਜੀ ਕੱਲ੍ਹ ਕਿਸੇ ਬਹੁਤ ਸੁਘੜ ਸੱਜਣ ਨੇ, ਮੇਰਾ ਜਾਣਕਾਰ ਹੈ, ਉਹਨੇ ਕੀਤਾ ਕਿ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਕਿ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਕਹਿੰਦਾ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਗੁਨਾਹ ਨਾ ਭਰੇ ਹੋਏ ਨੇ, ਅਸੀਂ ਉਹਨਾਂ ਨੂੰ ਭਗਤ ਸਾਹਿਬਾਨ ਆਖਦੇ ਹਾਂ, ਕੋਈ ਇਤਰਾਜ਼ ਹੋਣਾ ਚਾਹੀਦਾ ਕਿ ਨਹੀਂ ਇਹਦੇ 'ਤੇ? ਉਹ ਰੇਸ਼ਨਲ ਮਾਈਂਡ ਦਾ ਬੰਦਾ ਹੈ। ਮੈਂ ਕਿਹਾ ਜੀ ਹੋਣਾ ਚਾਹੀਦਾ, ਪਰ ਤੈਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੁਝ ਸ਼ਲੋਕ ਸਾਧਨਾ ਰੂਪ ਹੁੰਦੇ ਨੇ, ਕੁਝ ਅਨੁਭਵ ਰੂਪ ਹੁੰਦੇ ਨੇ, ਅਤੇ ਕੁਝ ਉਪਦੇਸ਼ ਰੂਪ ਹੁੰਦੇ। ਹੁਣ ਜਿਹੜਾ ਇਹ ਸ਼ਲੋਕ ਕਿਹਾ, ਹੋ ਸਕਦਾ ਬਾਬਾ ਫਰੀਦ ਸਾਹਿਬ ਜੀ ਨੇ ਚੇਤਨਾ ਦੇ ਪ੍ਰਕਾਸ਼ ਵਿੱਚ ਕਿਹਾ ਕਿ ਲੋਕ ਮੇਰੇ ਜੀਵਨ ਦੀ ਇਸ ਬੰਦਗੀ ਨੂੰ ਵੱਡਾ ਕਹਿ ਰਹੇ ਨੇ, ਪਰ ਮੈਨੂੰ ਆਪਣੇ ਆਦਿ ਸਰੂਪ ਦਾ ਪਤਾ ਲੱਗ ਗਿਆ ਕਿ ਜਿਉਂ ਦਾ ਸ੍ਰਿਸ਼ਟੀ 'ਤੇ ਆਇਆ ਹਾਂ, ਉਹ ਸਾਰੇ ਕੀਤੇ ਕਰਮਾਂ ਦੇ ਬਰਾਬਰ ਮੇਰੀ ਬੰਦਗੀ ਨਹੀਂ ਹੈ। ਅਜੇ ਬੰਦਗੀ ਉੱਥੋਂ ਤੱਕ ਨਹੀਂ ਪਹੁੰਚੀ। ਇਸ ਕਰਕੇ ਮੈਂ ਕਿਹਾ ਤੁਹਾਡੀ ਮੇਰਾ ਦਖਲ ਇਸ ਸ਼ਲੋਕ ਵਿੱਚ ਹੋ ਹੀ ਨਹੀਂ ਸਕਦਾ, ਕਿਉਂਕਿ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਲੋਕ ਕਹੈ ਦਰਵੇਸ਼, ਇਹ ਲੋਕਾਈ ਕਹਿ ਰਹੀ ਹੈ, ਪਰ ਬਾਬਾ ਫਰੀਦ ਸਾਹਿਬ ਦੀ ਅਸਲ ਹਾਲਤ ਦਾ ਤਾਂ ਮਾਲਕ ਨੂੰ ਪਤਾ ਹੈ ਕਿ ਇਹਦੀ ਬੰਦਗੀ ਕਿੰਨੀ ਹੈ, ਜਾਂ ਇਹਦਾ ਜੀਵਨ ਦਾ ਸਾਧਨਾ ਵਾਲਾ ਪੱਖ ਕਿਹੜਾ ਨਹੀਂ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਇਹ ਵੀ ਚਿੰਤ ਹੈ ਕਿ ਜੀਵਨ ਦੀ 50 ਵਰਸ਼ ਦੀ ਆਯੂ ਪ੍ਰਾਪਤ ਹੋਈ, 25 ਸਾਲ ਜੋਬਨ ਦੀ ਅਗਿਆਨਤਾ ਦੇ ਵਿੱਚ ਬੀਤ ਗਏ ਅਤੇ 25 ਸਫਲ ਹੋਏ ਹਨ, ਬਾਕੀ 25 ਕਿਉਂ ਨਹੀਂ ਰਹੇ? ਮੈਂ ਤੁਹਾਨੂੰ ਜ਼ਿਕਰ ਕਰਦਾ, ਸਾਡੇ ਕਿਸੇ ਨਿਕਟਵਰਤੀ ਪਰਿਵਾਰ ਦਾ ਬੱਚਾ ਬੜਾ ਟੈਲੈਂਟਡ ਹੈ। ਉਹ ਕਿਸੇ ਉਹਨੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕੀਤੀ, ਕੁਦਰਤੀ ਦੇਖੋ ਉਹਦਾ ਰਿਜ਼ਲਟ ਆਇਆ 98% ਤੋਂ ਵੱਧ ਨੰਬਰ ਸਨ। ਮਤਲਬ ਇੱਕ ਮੈਰਿਟ ਤੋਂ ਵੀ ਕਿਹੜੀ ਉੱਪਰ ਕੋਈ ਸ਼੍ਰੇਣੀ ਹੁੰਦੀ, ਉਹਦੇ ਵਿੱਚ ਆਇਆ ਹੋਇਆ ਸੀ। ਕੋਈ ਜਸ਼ਨ ਨਹੀਂ, ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਨਹੀਂ, ਸਮੋਸਿਆ ਜਿਹਾ ਬੈਠਿਆ ਸੀ, ਉਦਾਸ ਜਿਹਾ। ਤਾਂ ਕਿਹਾ ਕਿ ਕੀ ਕਾਰਨ ਕੀ ਵੀ 98% 'ਤੇ ਜਾ ਕੇ ਵੀ ਚਿੰਤਾ ਹੈ, ਕੋਈ ਖੁਸ਼ੀ ਨਹੀਂ ਹੈ। ਕਹਿਣ ਲੱਗਾ ਮੇਰੀ ਸਮਰੱਥਾ 99.5 ਤੋਂ ਉੱਪਰ ਹੈ, 1 ਪੁਆਇੰਟ ਥੱਲੇ ਰਹਿ ਗਿਆ ਪੂਰੇ ਦਾ ਪੂਰਾ। ਇਹ ਕਿਉਂ ਨਹੀਂ ਹੋਇਆ? ਚਿੰਤਾ ਮੇਰੇ ਅੰਦਰ, ਇਹ ਅੰਦਰ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ 50 ਵਰਸ਼ ਦੀ ਆਜੂ ਮਿਲੀ, 25 ਵਰਸ਼ ਕੁਝ ਨਹੀਂ ਕਰ ਸਕਿਆ। ਤਾਂ ਕਰਕੇ ਪਹਿਲਾ ਸ਼ਲੋਕ ਆਇਆ ਸੀ, ਜੋ ਬਨ ਜਾਂਦੇ ਨਾ ਡਾਂ ਡਰਾਂ। ਕਹਿੰਦੇ ਹੁਣ ਇਹ ਚਿੰਤਾ ਹੈ। ਠੀਕ ਹੈ, ਬੰਦਗੀ ਕਰ ਰਿਹਾ ਹਾਂ, ਪਰ ਜਦੋਂ ਪੂਰਵਲੇ ਸਮੇਂ ਦਾ ਖਿਆਲ ਆਉਂਦਾ ਹੈ, ਉਦੋਂ ਚਿੰਤਾ ਬਣਦੀ ਹੈ ਕਿ ਉਹ ਵਰਸ਼ ਕਿਉਂ ਅਧੂਰੇ ਬਤੀਤ ਹੋ ਗਏ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਚਿੰਤ ਖਟੋਲਾ। ਅੱਗੇ ਇਸ ਕਰਕੇ ਚਿੰਤ ਦਾ ਇੱਕ ਭਾਵ ਹੋਰ ਵੀ ਹੈ
ਕਿ ਚਿੰਤ ਦਾ ਭਾਵ ਹੈ ਕਿ ਉਹਨੇ ਮੇਰੀ ਕਿੰਨੀ ਫਿਕਰ ਕੀਤੀ ਮਾਲਕ ਨੇ, ਕਿ ਉਹਨੇ ਮੈਨੂੰ ਕਦੀ ਪ੍ਰਾਣਾਂ ਤੋਂ ਵਿਰਵਾ ਨਹੀਂ ਰੱਖਿਆ, ਕਦੇ ਰਿਜ਼ਕ ਤੋਂ ਦੂਰ ਨਹੀਂ ਰੱਖਿਆ, ਕਦੇ ਉਹਨੇ ਮੈਨੂੰ ਜੀਵਨ ਦੀਆਂ ਕਿਸੇ ਸਮਰੱਥਾ ਤੋਂ ਦੂਰ ਨਹੀਂ ਰੱਖਿਆ। ਮੈਨੂੰ ਮੋਹ ਸਨੇਹ ਚਾਹੀਦਾ ਸੀ, ਮਾਂ ਦਿੱਤੀ, ਹੌਸਲਾ ਚਾਹੀਦਾ ਸੀ, ਪਿਓ ਦਿੱਤਾ, ਦਿਲ ਦੇ ਰਾਜ ਸਾਂਝੇ ਕਰਨੇ ਸੀ, ਭੈਣ ਭਰਾ ਦਿੱਤੇ, ਧਰਤੀ ਦੇ ਪਦਾਰਥਾਂ ਦਾ ਸੁੱਖ ਮਾਣਨਾ ਸੀ, ਐਡੀ ਵੱਡੀ ਸ੍ਰਿਸ਼ਟੀ ਦਿੱਤੀ। ਉਹਨੇ ਕੁਝ ਘਾਟ ਨਹੀਂ ਰੱਖੀ, ਪਰ ਜਦੋਂ ਮੈਂ ਉਹਨੂੰ ਪਰਤਾਉਣਾ ਸੀ, ਮੇਰਾ ਧੰਨਵਾਦ ਵੀ ਛੋਟਾ ਰਹਿ ਗਿਆ, ਮੇਰੀ ਬੰਦਗੀ ਵੀ ਛੋਟੀ ਰਹਿ ਗਈ, ਮੇਰਾ ਸੇਵਾ ਦਾ ਕਰਮ ਵੀ ਛੋਟਾ ਰਹਿ ਗਿਆ। ਕਹਿੰਦੇ ਇਹ ਚਿੰਤ ਹੈ, ਇਸ ਚਿੰਤਾ ਦੇ ਰੋਜ਼ ਸੌਣਾ। ਇਸ ਕਰਕੇ ਕਦੇ ਇਹ ਨਾ ਸਮਝ ਲੈਣਾ ਕਿ ਭਗਤਾਂ ਦੀ ਚਿੰਤਾ ਛੋਟੇ ਕਿਸਮ ਦੀ ਹੁੰਦੀ। ਕਹਿੰਦੇ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਿੰਤ ਖਟੋਲਾ, ਖਟੋਲੇ ਦਾ ਅਰਥ ਮੰਜਾ। ਆਖਦੇ ਹਨ ਵਾਣ ਦੁੱਖ। ਹੁਣ ਉਹਨਾਂ ਦੇ ਉੱਪਰ ਜਿਹੜੇ ਵਾਣ ਹੈ ਉਹ ਦੁੱਖ ਵਰਗਾ ਹੈ ਕਿ ਜਦੋਂ ਇਹ ਚਿੰਤਾ ਆਉਂਦੀ ਹੈ, ਕਹਿੰਦੇ ਹੁਣ ਜਿਵੇਂ ਇਹ ਚਿੰਤਾ ਹੈ ਕਿ ਮੈਂ ਪੂਰੀ ਭਗਤੀ ਨਹੀਂ ਕਰ ਸਕਿਆ, ਜਦੋਂ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਭਗਤੀ ਦਾ ਯਤਨ ਕਰਦਾ ਹਾਂ ਤੇ ਦੁੱਖ ਵਿੱਚ ਪੈਣਾ ਪੈਂਦਾ ਹੈ, ਸੰਸਾਰ ਨੂੰ ਛੱਡਣਾ ਪੈਂਦਾ ਹੈ, ਜਿਹੜੀ ਰਾਤ ਦੀ ਨੀਂਦ ਵੀ ਤਿਆਗਣੀ ਪੈਂਦੀ ਹੈ। ਸੂਫੀ ਸਾਧਕਾਂ ਨੇ, ਉਹਨਾਂ ਨੇ ਬੜੀ, ਮੈਂ ਕਈ ਦਫਾ ਪੜ੍ਹਦਾ, ਅੱਜ ਇੱਕ ਪੁਸਤਕ ਪੜ੍ਹ ਰਿਹਾ ਸੀ ਤਜ਼ਕਿਰਤੁਲ ਔਲੀਆ, ਉਹਦੇ ਵਿੱਚ ਕਿਸੇ ਫਕੀਰ ਦਾ ਜੀਵਨ ਦਾ ਜ਼ਿਕਰ ਸੀ। ਉਹ ਨਾ ਸਾਰਾ ਦਿਨ ਬੰਦਗੀ ਵੀ ਕਰਦਾ ਸੀ ਅਤੇ ਰਾਤ ਵੀ ਸਾਰੀ ਬੰਦਗੀ ਕਰਦੇ ਰਹਿਣਾ। ਤਾਂ ਉਹਨੂੰ ਕਿਸੇ ਨੇ ਕਿਹਾ ਕਿ ਵੀ ਰਾਤ ਬੰਦਗੀ ਕਰਨ ਦਾ ਕੀ ਅਰਥ ਹੈ, ਰਾਤ ਤਾਂ ਆਰਾਮ ਦੇ ਲਈ ਬਣੀ ਹੈ। ਉਹ ਕਹਿਣ ਲੱਗਾ ਕਿ ਦੁਨੀਆ ਦੇ ਵਿੱਚ ਜਿੰਨੇ ਸ਼ਾਹ ਹਨ, ਜਿੰਨੇ ਮਹੱਲ ਹਨ, ਉਹਨਾਂ ਦੇ ਬਾਦਸ਼ਾਹ ਤਾਂ ਰਾਤ ਨੂੰ ਸੌਂ ਜਾਂਦੇ ਨੇ, ਪਰ ਉਹਨਾਂ ਦੀ ਰਾਖੀ ਕੌਣ ਕਰਦੇ ਨੇ, ਰਾਤ ਨੂੰ ਜਾਗਣ ਵਾਲੇ ਕਰਦੇ ਹਨ। ਤਾਂ ਕਹਿਣ ਲੱਗਾ ਕਿ ਜਦੋਂ ਮੇਰੀ ਰਾਤ ਦੀ ਜਿਹੜੀ ਇਬਾਦਤ ਹੈ ਉਹ ਇਸ ਤਰ੍ਹਾਂ ਹੈ ਕਿ ਜਦੋਂ ਕੁਦਰਤੀ ਸਵੇਰੇ ਜਿਹੜਾ ਹੈ, ਸਵੇਰ ਆਰੰਭ ਹੋਣੀ ਹੈ, ਉਦੋਂ ਤੱਕ ਮੇਰੀ ਬੰਦਗੀ ਦਾ ਧਨ ਜਿਹੜਾ ਹੈ ਉਹ ਪਹਿਲੀ ਨਜ਼ਰੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਹੋਵੇ। ਮੈਂ ਇਸ ਕਰਕੇ ਜਦੋਂ ਜੇ ਉਹਨੂੰ ਮੰਨ ਲਈਏ ਕਿ ਉਹ ਰਾਤ ਸਮੇਂ ਵਿਰਾਮ ਕਰ ਰਿਹਾ ਅਤੇ ਸਵੇਰੇ ਜਦੋਂ ਉਹ ਜਾਗੇਗਾ ਤਾਂ ਮੇਰੀ ਜਿਹੜੀ ਹੈ ਬੰਦਗੀ ਪ੍ਰਵਾਨ, ਇਸ ਕਰਕੇ ਮੈਂ ਰਾਤ ਭਰ ਵੀ ਇਬਾਦਤ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਾਣ ਦੁੱਖ। ਹੁਣ ਵਾਣ ਦੁੱਖ ਦਾ ਭਾਵ ਹੈ ਕੁਦਰਤੀ ਹੈ। ਸਾਨੂੰ ਨਿੱਜੀ ਜੀਵਨ 'ਚ ਕਹਿਣਗੇ ਤੁਸੀਂ ਬੜੀ ਢਹਿੰਦੀ ਕਲਾ ਵਾਲੇ ਹੋ, ਹਰ ਵੇਲੇ ਮੁਰਝਾਏ ਜੇ ਰਹਿੰਦੇ ਹੋ, ਤੁਹਾਡਾ ਕੋਈ ਜੀਵਨ ਥੋੜ੍ਹਾ ਹੈ। ਪਰ ਕੁਦਰਤੀ ਹੈ, ਜਿਹਨੂੰ ਜਿੰਨੀ ਜ਼ਿਆਦਾ ਸਮਝ ਆਈ ਹੈ ਓਨਾ ਜ਼ਿਆਦਾ ਹੀ ਮੁਸ਼ਕਿਲ ਹੁੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹਮੋ ਹੋ ਜੋ ਬੂਝਾ ਬੂਝਣਾ ਪੂਰੀ ਭਰੀ ਬਲਾਏ। ਕੁਦਰਤੀ ਹੈ ਕਿਸੇ ਬਿਸਤਰ 'ਤੇ ਸੋਏ ਹੋਈਏ, ਨੇੜੇ ਕੋਈ ਜ਼ਹਿਰੀਲਾ ਸੱਪ ਹੋਵੇ ਪਰ ਸਾਨੂੰ ਪਤਾ ਨਾ ਲੱਗੇ, ਸਾਰੀ ਰਾਤ ਗੁਜ਼ਾਰ ਦਿੰਦੇ। ਪਿੰਡਾਂ 'ਚ ਕਈ ਵਾਰੀ ਇਸ ਤਰ੍ਹਾਂ ਦੀ ਘਟਨਾਵਾਂ ਹੋ ਜਾਂਦੀਆਂ, ਸਵੇਰੇ ਜਦੋਂ ਬਿਸਤਰਾ ਚਾੜਿਆ ਉਹਦੇ ਵਿੱਚੋਂ ਸੱਪ ਨਿਕਲਿਆ, ਫਿਰ ਡਰ ਗਿਆ, ਉਂਝ ਸਾਰੀ ਰਾਤ ਪਿਆ ਰਿਹਾ। ਹੁਣ ਜਦੋਂ ਤੱਕ ਇਲਮ ਨਹੀਂ ਹੈ ਕਿ ਮੇਰੇ ਬਿਸਤਰ ਦੇ ਵਿੱਚ ਸੱਪ ਹੈ ਜਾਂ ਕੋਈ ਜ਼ਹਿਰੀਲਾ ਜੀਵ ਹੈ, ਉਤਨਾ ਚਿਰ ਨੀਂਦ ਦੇ ਵਿੱਚ ਕੋਈ ਹਿਲਜੁਲ ਨਹੀਂ ਹੈ। ਜਦੋਂ ਹੀ ਗਿਆਤ ਹੋਇਆ ਉਦੋਂ ਹਿਲਜੁਲ, ਉਦੋਂ ਦੁੱਖ ਪਹੁੰਚੇਗਾ, ਉਦੋਂ ਕਸ਼ਟ ਹੋਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਾਣ ਦੁੱਖ। ਜਦੋਂ ਉਪਰੋਕਤ ਚਿੰਤਾਵਾਂ ਨੂੰ ਹੱਲ ਕਰਨ ਦੀ ਤਰਫ ਚੱਲਦਾ ਹਾਂ ਅਤੇ ਦੁੱਖ 'ਚੋਂ ਗੁਜ਼ਰਨਾ ਪੈਂਦਾ ਹੈ, ਫਿਰ ਆਪਣੇ ਜੀਵਨ ਨੂੰ ਦੁਨਿਆਵੀ ਚੀਜ਼ਾਂ ਵੱਲੋਂ ਹਟਾ ਕੇ ਅਤੇ ਜਿਹੜਾ ਹੈ ਇੱਧਰ ਲਾਉਣਾ ਪੈਂਦਾ ਹੈ। ਆਪਣੇ ਜੀਵਨ ਨੂੰ ਹੋਰ ਕਿਸਮ ਦੀਆਂ ਭਟਕਣ ਤੋਂ ਲਿਆ ਕੇ ਉਹਨੂੰ ਇੱਕ ਜਗ੍ਹਾ 'ਤੇ ਥਿਰ ਕਰਨਾ ਪੈਂਦਾ ਹੈ ਅਤੇ ਆਪਣੇ ਜੀਵਨ ਦਾ ਬੜਾ ਕੁਝ ਛੱਡਣਾ ਪੈਂਦਾ ਹੈ। ਉਹਦੇ ਹਾਸੇ ਵਾਲੀ ਵੀ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ, ਖਾਣ ਪੀਣ ਪਹਿਨਣ ਵਾਲੀਆਂ ਵੀ, ਆਵਾਰਾਗਰਦੀ ਵਾਲੀਆਂ, ਇਹ ਸਾਰਾ ਕੁਝ ਹੀ ਛੱਡ ਕੇ ਇੱਕ ਜਗ੍ਹਾ 'ਤੇ ਆਉਣਾ ਪੈਂਦਾ ਹੈ। ਕਹਿੰਦੇ ਇਸ ਕਰਕੇ ਦੁੱਖ ਹੈ। ਅੱਗੇ ਆਖਦੇ ਹਨ ਬਿਰਹ ਵਿਛਾਵਣ ਲੇਫ। ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਗੱਲ ਨਹੀਂ ਬਣਦੀ। ਕਹਿੰਦੇ ਚਿੰਤਾ ਵੀ ਹੈ ਭਗਤੀ ਮਾਰਗ ਦੀ, ਉਹਦੇ ਦੁੱਖ, ਉਹਨੂੰ ਪ੍ਰਾਪਤ ਕਰਨ ਦੇ ਲਈ ਦੁੱਖ 'ਚੋਂ ਵੀ ਗੁਜ਼ਰ ਰਹੇ ਹਾਂ। ਭਾਣੇ ਦਾ ਅਭਿਆਸ ਕਰਨਾ ਹੈ, ਜਾਣ ਬੁੱਝ ਕੇ ਧੋਖੇ ਖਾਂਦੇ ਹਾਂ। ਆਪਣੇ ਅੰਦਰ ਨੂੰ ਦਵੈਤ ਤੋਂ ਮੁਕਤ ਕਰਨਾ ਹੈ, ਜਾਣ ਬੁੱਝ ਕੇ ਆਪਾਂ ਆਪਣੇ ਵਿਰੋਧੀਆਂ ਦੇ ਨਿਕਟ ਬੈਠਦੇ ਹਾਂ। ਕਿਉਂ ਕੀ? ਤਾਂ ਕਿ ਸਾਡੇ ਅੰਦਰੋਂ ਦਵੈਤ ਮੁੱਕ ਸਕੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਪਰ ਅੱਗੇ ਵੀ ਗੱਲ ਨਹੀਂ ਬਣ ਰਹੀ। ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਜੇ ਜੀਵਨ ਦੇ ਵਿੱਚ ਇਉਂ ਲੱਗਦਾ ਹੈ ਕਿ ਮਾਲਕ ਤੋਂ ਵਿਛੜੇ ਹੀ ਹੋਏ ਹੈ। ਇਸ ਕਰਕੇ ਕਹਿੰਦੇ ਰਾਤ ਨੂੰ ਜਿਵੇਂ ਬੰਦਾ ਰਜਾਈ ਲੈ ਲੈਂਦਾ, ਥੱਲੇ ਉਹ ਨਰਮ ਰੱਖਦਾ, ਥੱਲੇ ਵੀ ਨਰਮ ਉੱਪਰ ਵੀ ਨਰਮ, ਤਾਂ ਕਿ ਨੀਂਦ ਸੁਹਾਵਣੀ ਆਵੇ। ਕਹਿੰਦੇ ਭਗਤੀ ਦੇ ਕਰਮ ਸਾਰਿਆਂ ਦਾ ਇੱਕ ਵਿਛਾਉਣਾ ਕਰ ਲਿਆ ਹੈ, ਪਰ ਫਿਰ ਵੀ ਇੱਕ ਚੀਜ਼ ਸਤਾ ਰਹੀ ਹੈ, ਬਿਰਹੇ। ਬਿਰਹੇ ਦਾ ਭਾਵ ਇਹ ਹੈ ਕਿ ਵਿਛੜੇ ਹੋਏ ਆ, ਅਜੇ ਪੂਰੀ ਗੱਲ ਨਹੀਂ ਬਣ ਰਹੀ। ਕਹਿੰਦੇ ਭਾਵ ਕੀ ਹੈ ਕਿ ਪਰਿਵਾਰ ਹੁਣ ਕੁਦਰਤੀ ਹੈ, ਪਰਿਵਾਰ ਦੇ ਨਾਲ ਜੁੜੇ ਹੋਏ ਆ। ਸੁਪਨਿਆਂ ਦੇ ਵਿੱਚ ਵੀ ਇਹੀ ਕੁਝ ਆਉਂਦਾ ਹੈ ਕਿ ਬੱਚਾ ਵਿਦੇਸ਼ 'ਚ ਚਲ ਗਿਆ, ਉੱਧਰ PR ਹੋ ਗਈ ਜਾਂ ਪਤਾ ਨਹੀਂ ਕੀ ਹੋ ਗਿਆ। ਪਰ ਜਿਹੜੇ ਮਾਲਕ ਨੇ ਪੈਦਾ ਕੀਤਾ, ਕਦੀ ਉਹਦਾ ਸੁਪਨਾ ਨਹੀਂ ਆਇਆ ਕਿ ਕਦੇ ਸੁਪਨੇ ਵਿੱਚ ਲੱਗਿਆ ਹੋਵੇ ਕਿ ਮੈਂ ਕਿਤੇ
ਕੁਝ ਧਾਰਮਿਕ ਕਰਮ ਕਰ ਰਹੇ ਹਾਂ। ਤਾਂ ਕਰਕੇ ਬਾਣੀ ਦੇ ਵਿੱਚ ਇਸ ਗੱਲ ਦੀ ਉਪਮਾ ਕੀਤੀ ਗਈ ਹੈ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਫਿਰ ਮਿਲਿਆ। ਤਾਂ ਭਗਤ ਕਬੀਰ ਸਾਹਿਬ ਜੀ, ਜੇ ਸੁਪਨੈ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰਾਤ ਸਮੇਂ ਵੀ ਚਿੰਤਾ ਪੈਦਾ ਹੋ ਜਾਂਦੀ ਹੈ ਕਿ ਪਰਿਵਾਰ ਦੇ, ਕਾਰੋਬਾਰ ਦੇ, ਵਕਾਰਾਂ ਦੇ ਸੁਪਨੇ ਤਾਂ ਆ ਜਾਂਦੇ ਨੇ, ਜਿੰਨੇ ਰਚਿਆ ਹੋਇਆ ਉਹਦਾ ਕੋਈ ਸੁਪਨਾ ਨਹੀਂ ਆਉਂਦਾ। ਕਹਿੰਦੇ ਇਸ ਕਰਕੇ ਰਾਤ ਜਿਹੜੀ ਹੈ ਤਾਂ ਭਾਵੇਂ ਤਨ ਦੇ ਵਿਸ਼ਰਾਮ ਲਈ, ਪਰ ਸਾਡੀ ਉਹ ਵੀ ਵਿਛੋੜੇ ਵਿੱਚ ਲੰਘਦੀ ਹੈ। ਅੱਗੇ ਆਖਦੇ ਹਨ, ਇਹ ਹਮਾਰਾ ਜੀਵਣਾ, ਇਹ ਸਾਡਾ ਜੀਵਣਾ ਹੈ ਮਾਲਕ, ਤੇਰੇ ਮਾਰਗ 'ਤੇ ਚੱਲ ਕੇ ਇੰਝ ਦਾ ਜੀਵਨ ਪ੍ਰਾਪਤ ਹੋ ਰਿਹਾ। ਕੋਈ ਸ਼ਿਕਾਇਤ ਨਹੀਂ ਹੈ। ਇਹ ਦੱਸ ਰਹੇ ਹਨ ਕਿ ਪ੍ਰਭੂ ਦਾ ਮਾਰਗ ਹੈ ਹੀ ਇੰਝ ਦਾ। ਕਦੇ ਕਈ ਵਾਰੀ ਕੱਲ੍ਹ ਕਿਤੇ ਜ਼ਿਕਰ ਚੱਲ ਰਿਹਾ ਸੀ, ਕਿਤੇ ਕੋਈ ਕਥਾਵਾਚਕ ਦੇ ਸੰਬੰਧ ਵਿੱਚ, ਕਿ ਉਹਨਾਂ ਦੀ ਕਥਾ ਦੇ ਵਿੱਚ ਨਾ ਬੜਾ ਹਾਸਾ ਹੁੰਦਾ ਹੈ। ਤਾਂ ਮੈਨੂੰ ਪ੍ਰਿੰਸੀਪਲ ਗੰਗਾ ਸਿੰਘ ਦੀ ਗੱਲ ਯਾਦ ਆ ਗਈ। ਉਹ ਕਹਿਣ ਲੱਗਾ ਕਿ ਜਿਹੜੇ ਧਾਰਮਿਕ ਗੱਲਾਂ ਦੇ ਵਿੱਚ ਹਾਸ ਰਸ ਨੂੰ ਜਾਂ ਵਿਅੰਗ ਨੂੰ ਜਾਂ ਥੋੜ੍ਹੇ ਹਲਕੇ ਫੁਲਕੇਪਨ ਨੂੰ ਲਿਆਉਂਦੇ ਨੇ, ਦਰਅਸਲ ਉਹ ਇਹ ਕੁਝ ਤਾਂ ਲਿਆ ਰਹੇ ਹੁੰਦੇ ਨੇ ਕਿ ਜਿਹੜੀ ਗੰਭੀਰਤਾ, ਜਿਹੜੀ ਮੌਤ ਵਰਗੀ ਹੈ, ਉਹਦੇ ਵਿੱਚ ਜਾਣ ਤੋਂ ਚਿੱਤ ਘਬਰਾਉਂਦਾ ਹੈ। ਤਾਂ ਕਰਕੇ ਉੱਪਰਲੀ ਸਤਹ 'ਤੇ ਰਹਿਣਾ ਚਾਹੁੰਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਇਹ ਹਮਾਰਾ ਜੀਵਣਾ। ਇਹ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਇਹ ਮੈਂ ਅੰਤਰੀਵ ਦੇ ਵਿੱਚ ਇਵੇਂ ਦਾ ਜਿਉਂ ਰਿਹਾ ਹਾਂ। ਮੇਰੇ ਅੰਦਰ ਇੱਕਦਮ ਹਰ ਵਕਤ ਚਿੰਤਾ ਬਣੀ ਹੋਈ ਹੈ। ਕੁਦਰਤੀ ਹੈ, ਹੁਣ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਦਫਾ 6 ਮਹੀਨੇ ਭੋਜਨ ਨਾ ਕੀਤਾ। ਉਹਨਾਂ ਦਾ ਬੜਾ ਸਰੀਰ ਕੰਗਾ, ਮਤਲਬ ਨਿਡਾਲ ਹੋ ਗਿਆ, ਉੱਠਣ ਦੀ ਹਿੰਮਤ ਨਾ ਰਹੀ, ਮਤਲਬ ਜਿਵੇਂ ਕਹਿ ਲਓ ਪਿੰਜਰ ਬਾਹਰ ਆ ਗਿਆ। ਉਹਨਾਂ ਦਾ ਸਭ ਤੋਂ ਪਿਆਰਾ ਮੁਰੀਦ ਨਿਜ਼ਾਮੁਦੀਨ ਔਲੀਆ ਉਹਨਾਂ ਕੋਲ ਆਇਆ, ਕਹਿਣ ਲੱਗਾ ਇਹ ਕੀ ਹਾਲਤ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਨਾ ਉਹਨੇ ਕੁਝ ਜਿਵੇਂ ਕਹਿ ਲਓ ਚਣੇ ਆਦਿਕ ਭੁੰਨੇ ਹੁੰਦੇ ਨੇ, ਉਹ ਪੇਸ਼ ਕੀਤੇ ਉਹਨਾਂ ਦੇ ਸਾਹਮਣੇ। ਅਤੇ ਉਹ ਕਹਿਣ ਲੱਗੇ ਕਿ ਜਦੋਂ ਪੇਸ਼ ਕੀਤੇ, ਕਹਿੰਦਾ ਕੁਝ ਗ੍ਰਹਿਣ ਕਰੋ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਉਹਦਾ ਦਾਣਾ ਪਕੜ ਕੇ ਕਿਹਾ, ਨਿਜ਼ਾਮੁਦੀਨ ਔਲੀਆ, ਜਦੋਂ ਆ ਇੱਕ ਬੀਜ ਤੋਂ ਆ ਚਣਾ ਬਣਿਆ ਹੈ ਜਿਹੜਾ ਤੂੰ ਪੇਸ਼ ਕੀਤਾ, ਤੂੰ ਦੇਖ ਇੱਕ ਚਣੇ ਨੂੰ ਪੈਦਾ ਕਰਨ ਦੇ ਲਈ ਮਾਲਕ ਨੂੰ ਕਿੰਨਾ ਕੁਝ ਕਰਨਾ ਪਿਆ। ਜ਼ਮੀਨ ਦੇਣੀ ਪਈ, ਪਾਣੀ ਦੇਣਾ ਪਿਆ, ਸੂਰਜ ਦੀ ਰੌਸ਼ਨੀ ਦੇਣੀ ਪਈ, ਹੋਰ ਕਈ ਤਾਤਰ ਲਾ ਕੇ ਇੱਕ ਦਾਣੇ ਦੀ ਰਚਨਾ ਪੂਰੀ ਹੋਈ ਹੈ। ਅਤੇ ਮੇਰਾ ਜੀਵਨ ਰਿਜ਼ਕ ਦੇ ਨੁਕਤੇ ਤੋਂ ਅਜੇ ਇੰਨੇ ਸ਼ੁਕਰਾਨੇ ਤੱਕ ਨਹੀਂ ਗਿਆ ਕਿ ਮੈਂ ਇੱਕ ਦਾਣੇ ਨੂੰ ਵੀ ਗ੍ਰਹਿਣ ਕਰਨ ਦਾ ਹੱਕਦਾਰ ਬਣ ਸਕਾਂ। ਮੇਰੀ ਬੰਦਗੀ, ਮੇਰਾ ਧੰਨਵਾਦ, ਮੇਰਾ ਸ਼ੁਕਰਾਨਾ ਐਡਾ ਵੱਡਾ ਨਹੀਂ ਹੈ ਕਿ ਇੱਕ ਦਾਣੇ ਦੇ ਜੀਵਨ ਨੂੰ ਪਚਾ ਕੇ ਮੈਂ ਆਪਣੀ ਭੁੱਖ ਦੀ ਪੂਰਤੀ ਕਰ ਸਕਾਂ। ਇਸ ਕਰਕੇ ਮੈਂ ਜਦੋਂ ਇਹਦੇ ਯੋਗ ਨਹੀਂ ਹਾਂ, ਤਾਂ ਕਰਕੇ ਤਨ ਨੂੰ ਜਾਲ ਰਿਹਾ ਹਾਂ। ਫਕੀਰ ਧਰਤੀ ਦੀ ਇੰਨੀ ਜਿੰਨੀ ਸ਼ੈ ਲੈਣ ਦੇ ਬਾਰੇ ਵੀ ਸੋਚਦਾ ਹੈ। ਉਹ ਕਹਿੰਦਾ ਧਰਤੀ ਦੀ ਕੋਈ ਸ਼ੈ ਦਾ ਪ੍ਰਯੋਗ ਗਲਤ ਨਹੀਂ ਕਰਨਾ, ਜਾਂ ਉਸ ਤਰ੍ਹਾਂ ਨਹੀਂ ਕਰਨਾ ਜਿਹਦੇ ਨਾਲ ਇਹ ਧਰਤੀ ਦਾ ਬੇਅਦਬ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਬੜੇ ਇੰਟੈਂਸ ਜੀਵਨ ਨੇ। ਇਹ ਤਾਂ ਆਪਾਂ ਨੂੰ ਥੋੜ੍ਹਾ ਲੱਗਦਾ ਸਰਲ ਜਿਹਾ, ਨਾ ਤਾਂ ਆਪਾਂ ਇਹਦੀ ਚਰਚਾ ਕਰਦੇ। ਮੈਨੂੰ ਖਿਆਲ ਹੈ ਕਈ ਦਫਾ ਅਸੀਂ ਜਦ ਆਪਣੇ ਨਿੱਜ ਦੇ ਵਿੱਚ, ਹੁਣ ਤਾਂ ਸਾਡੀ ਜ਼ਿੰਮੇਵਾਰੀ ਹੈ, ਕਈ ਦਫਾ ਜਦ ਅਸੀਂ ਜਿਤਨੇ ਕੁ ਸਾਡਾ ਗੁਰਸਿੱਖਾਂ ਦਾ ਜਾਂ ਜਾਣਕਾਰਾਂ ਦਾ ਸਰਕਲ ਹੈ, ਕਦੇ ਇੱਕ ਅਨਲਿਮਟਿਡ ਕਥਾ ਕਰੀ ਦੀ ਕਿ ਜੋ ਕੁਝ ਉਸ ਖਿਆਲ ਦੇ ਨਾਲ ਜੁੜਦਾ ਸਾਰਾ ਅਰਜ਼ ਕਰੋ, ਅਤੇ ਯਕੀਨਨ ਉਹ ਕਦੀ 4-5 ਘੰਟੇ ਤੋਂ ਘੱਟ ਹੋਇਆ ਹੀ ਨਹੀਂ। ਅਸੀਂ ਆਪਣੀ ਸਭ ਤੋਂ ਵੱਡੀ ਸਮੱਸਿਆ ਅਧਿਆਤਮਕ ਗੱਲਾਂ ਨੂੰ ਵੀ ਸਮੇਂ ਸੀਮਾ ਦੇ ਵਿੱਚ ਬੰਨ੍ਹ ਲਿਆ। ਜੇ ਹੁਣ ਅਰਜ਼ ਕਰਾਂ ਕਿ ਇਹ ਹਮਾਰਾ ਜੀਵਨਾਂ ਦੀ ਕਿੰਨੀਆਂ ਗੱਲਾਂ ਮੈਨੂੰ ਕੁਦਰਤੀ ਉੱਤਰ ਆਈਆਂ ਨੇ, ਉਹ ਸਾਰੀਆਂ ਸੰਕੋਚਣੀਆਂ ਪਈਆਂ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੂੰ ਸਾਹਿਬ ਸੱਚੇ ਵੇਖ ਤੇ ਆ ਕੁਝ, ਜੋ ਕੁਝ ਭਗਤੀ ਲਈ ਕੀਤਾ ਇਹ ਦੁਨੀਆ ਦੇ ਦਿਖਾਵੇ ਲਈ ਨਹੀਂ ਕੀਤਾ। ਜੇ ਸਾਰਾ ਦਿਨ ਉਦਾਸੀ ਦੇ ਵਿੱਚ ਮੁਰਝਾਇਆ ਰਿਹਾ, ਅਤੇ ਇਸ ਕਰਕੇ ਨਹੀਂ ਕਿ ਦੁਨੀਆ ਮੇਰੇ ਨਾਲ ਹਮਦਰਦੀ ਜੁਟਾਵੇ ਜਾਂ ਮੇਰੇ ਜੀਵਨ ਦੇ ਪ੍ਰਤੀ ਬੜਾ ਉਹ ਸੋਚਵਾਨ ਹੋਵੇ। ਬਸ ਮੈਂ ਆਪਣੇ ਜੀਵਨ ਦੀ ਹਾਲਤ ਤੇਰੇ ਸਾਹਮਣੇ ਰੱਖੀ ਹੈ, ਅਤੇ ਇਸ ਹਾਲਤ ਨੂੰ ਫਲ ਲਾ ਕੇ ਜੋ ਕੁਝ ਵੀ ਬਣਾਉਣਾ ਹੈ ਤੇਰੇ ਵਾਸਤੇ। ਇਸ ਕਰਕੇ ਉਹਨੇ ਕਿਹਾ ਸਾਹਿਬ ਸੱਚੇ ਵੇਖ, ਕਿਉਂਕਿ ਸੱਚ ਹੈ ਮੇਰੀ ਹਾਲਤ ਕਿ ਮੈਂ ਇਸ ਦੁੱਖ ਦੇ ਵਿੱਚੋਂ, ਚਿੰਤਾ ਦੇ ਵਿੱਚੋਂ ਗੁਜ਼ਰ ਕੇ ਇੱਥੋਂ ਤੱਕ ਆਇਆ ਹਾਂ, ਅਤੇ ਇਹਨੂੰ ਸੱਚਾ ਹੀ ਜਾਣ, ਅਤੇ ਜੋ ਸੱਚ ਹੈ ਤੂੰ ਉਹੀ ਪ੍ਰਵਾਨ ਕਰਨਾ। ਜੇ ਇਹ ਪ੍ਰਵਾਨ ਹੋ ਗਈ ਤਾਂ ਮੇਰੇ ਜੀਵਨ ਦੀ ਕੁਝ ਵਾਤ ਬਣੇਗੀ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਲੋਕਾਂ ਦੀ ਵਿਚਾਰ ਰੱਖਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ